रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ। 8 ਮਾਰਚ 2022 ਤੇ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਆਪ ਸਭ ਦਾ ਸਵਾਗਤ ਹੈ। ਇਹ ਪ੍ਰੋਗਰਾਮ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਲਈ ਪੇਸ਼ ਕੀਤਾ ਜਾਂਦਾ ਹੈ ਹਫਤੇ ਦੇ 5 ਦਿਨ ਮੰਡੇ ਟੂ ਫਰਾਈਡੇ। ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਉਹਨਾਂ ਖਬਰਾਂ ਬਾਰੇ ਜਿਨ੍ਹਾਂ ਦਾ ਸਬੰਧ ਸਾਡੇ ਆਲੇ ਦੁਆਲੇ ਨਾਲ ਹੈ। ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਡਾਕਟਰ ਪੁਰੇਵਾਲ ਜੀ ਦਾ। ਗੁੱਡ ਮਾਰਨਿੰਗ ਡਾਕਟਰ ਜੀ। ਗੁੱਡ ਮਾਰਨਿੰਗ। ਤੇ ਅੱਜ ਦੇਖੋ ਜੀ ਹੈ 8 ਮਾਰਚ ਇੰਟਰਨੈਸ਼ਨਲ ਵਿਮਨਸ ਡੇ ਦੇ ਤੌਰ ਤੇ ਇਸ ਦਿਨ ਨੂੰ ਮਨਾਇਆ ਜਾਂਦਾ ਜੀ। ਤੇ ਤੁਸੀਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਸ ਦਿਨ ਦੀ ਜਿਹੜੀ ਸ਼ੁਰੂਆਤ ਆ ਉਹ ਕਿਵੇਂ ਹੋਈ ਸੀ? ਸ਼ੁਰੂਆਤ ਜਿਹੜੀ ਜ਼ਿਆਦਾ ਕ੍ਰੈਡਿਟ ਜਾਂਦੀ ਹੈ ਨਾ, ਪਹਿਲਾਂ ਤਾਂ ਇਹ ਨਿਊਯਾਰਕ ਇੱਥੋਂ ਅਮਰੀਕਾ ਚੋਂ ਸ਼ੁਰੂ ਹੋਈ ਸੀ, ਪਰ ਇਹਦੀ ਰੀਅਲ ਕ੍ਰੈਡਿਟ ਜਿਹੜੀ ਇਹਨੂੰ ਇੰਟਰਨੈਸ਼ਨਲ ਡੇ ਬਣਾਉਣਾ ਹੈ ਉਹ ਕਲੈਰਾ ਜ਼ੈਟਕਨ ਸੀ, ਜਰਮਨ ਸੋਸ਼ਲ ਡੈਮੋਕ੍ਰੈਟਿਕ ਪਾਰਟੀ ਦੀ ਇੱਕ ਲੀਡਰ। ਉਹਨਾਂ ਨੇ ਇਹਨੂੰ ਅੰਤਰਰਾਸ਼ਟਰੀ ਤੌਰ ਤੇ ਉਭਾਰਿਆ ਕਿ ਔਰਤਾਂ ਦੇ ਸਮਾਜਿਕ, ਆਰਥਿਕ, ਰਾਜਨੀਤਿਕ ਹੱਕਾਂ ਲਈ ਲੜਨ ਲਈ, ਹੱਕਾਂ ਨੂੰ ਉਹਨਾਂ ਨੂੰ ਬਰਾਬਰਤਾ ਦਿਵਾਉਣ ਲਈ। ਕਿਉਂਕਿ ਜਿਹੜੀ ਅਸੀਂ ਦੇਖਦੇ ਹਾਂ, ਐਂਥਰੋਪੋਲੋਜਿਸਟ ਦੱਸਦੇ ਆ ਕਿ ਜਿਹੜਾ ਪੈਟਰੀਆਰਕੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਮਰਦ ਪ੍ਰਧਾਨਗੀ, ਬਹੁਤ ਸਾਰੇ ਸਮਾਜ ਜਿਹੜੇ ਮਰਦ ਪ੍ਰਧਾਨਗੀ ਵਾਲੇ ਸੀ, ਥੋੜ੍ਹੇ ਜਿਹੇ ਟਰਾਈਬ ਜਿਹੜੇ ਲੱਭਦੇ ਉਹਨਾਂ ਨੂੰ ਜਿੱਥੇ ਮੈਟਰੀਆਰਕੀ ਸੀ, ਜਿੱਥੇ ਔਰਤਾਂ ਦੀ ਪ੍ਰਧਾਨਗੀ ਚੱਲਦੀ ਸੀ। ਪਰ ਜ਼ਿਆਦਾ ਤੌਰ ਤੇ ਜਿਹਨੂੰ ਅਸੀਂ ਸੱਭਿਅਕ ਮੁਲਕ ਕਹਿੰਦੇ ਆ, ਇਹਨਾਂ ਦੇ ਵਿੱਚ ਸੱਭਿਅਤਾ ਇਹ ਸੀ ਕਿ ਜਿਹੜੇ ਮਰਦ ਪ੍ਰਧਾਨਗੀ ਚੱਲੀ ਹੈ। ਔਰ ਅੱਜ ਤਾਈਂ ਉਹਨਾਂ ਦੀ ਉਹੀ ਕੀ ਕਹਿੰਦੇ ਤੂਤੀ ਬੋਲਦੀ ਹੈ ਕਿ ਉਹਨਾਂ ਦੀ ਚਾਹੇ ਆਰਥਿਕਤਾ ਲੈ ਲਓ ਤੁਸੀਂ, ਚਾਹੇ ਰਾਜਨੀਤੀ ਲੈ ਲਓ, ਚਾਹੇ ਸਮਾਜਿਕ ਸੰਬੰਧ ਲੈ ਲਓ, ਉੱਥੇ ਅਜੇ ਵੀ ਮਰਦਾਂ ਦੀ ਪ੍ਰਧਾਨਗੀ ਚੱਲ ਰਹੀ ਆ। ਹੁਣ ਹਿੰਦੁਸਤਾਨ ਦੀ ਗੱਲ ਕਰਦੇ ਹਾਂ, ਅਸੀਂ ਪੰਜਾਬ ਦੀ ਗੱਲ ਕਰਦੇ ਹਾਂ। ਮੈਨੂੰ ਹੈਰਾਨਗੀ ਦੀ ਇਹ ਗੱਲ ਹੁੰਦੀ ਆ ਉੱਥੇ ਕਿ ਜਦੋਂ ਮੈਂ ਜਾਣਾ ਹੁੰਦਾ ਤਾਂ ਮੇਰੀ ਆਦਤ ਹੈ ਕਿ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਲੋਕਾਂ ਨਾਲ ਗੱਲ ਕਰਨ ਦਾ। ਕਈ ਵਾਰੀ ਮੈਂ ਮੰਡੀਆਂ 'ਚ ਵੀ ਜਾ ਕੇ ਵਰਕਰਾਂ ਨਾਲ ਵੀ ਗੱਲ ਕਰਦਾ ਹੁੰਦਾ ਵੀ ਤੁਹਾਡਾ ਕੀ ਨਜ਼ਰੀਆ ਹੈ। ਉੱਥੇ ਜਿਹੜੀਆਂ ਔਰਤਾਂ ਦੀਆਂ ਜਥੇਬੰਦੀਆਂ ਨਾ, ਔਰਤਾਂ ਦੀਆਂ ਜਥੇਬੰਦੀਆਂ ਜਾਂ ਇਸਤਰੀ ਵਿੰਗ ਬਣਾਏ ਆ ਇਹਨਾਂ ਨੇ ਪਾਰਟੀਆਂ ਨੇ, ਉਹਨਾਂ ਦੀਆਂ ਲੀਡਰਸ ਨੂੰ ਪਹਿਲਾ ਸਵਾਲ ਪੁੱਛੇ ਵੀ ਔਰਤਾਂ ਲਈ ਕੀ ਪ੍ਰੋਬਲਮ ਹੈ ਇੱਥੇ, ਤਾਂ ਉਹਨਾਂ ਦਾ ਸਾਰਿਆਂ ਦਾ ਜਵਾਬ ਇਹ ਸ਼ੁਰੂ ਇਸ ਗੱਲ ਤੋਂ ਹੁੰਦਾ ਹੈ ਕਿ ਰੈਜ਼ਰਵੇਸ਼ਨ ਇੱਕ ਬਿੱਲ ਚੱਲਦਾ ਸੀ ਉੱਥੇ ਲੋਕ ਸਭਾ ਦੇ ਵਿੱਚ, ਪਾਰਲੀਮੈਂਟ ਦੇ ਵਿੱਚ, ਉਹ ਹਜੇ ਤਾਈਂ ਪੂਰਾ ਨਹੀਂ ਹੋਇਆ ਕਿਉਂਕਿ 1/3 33% ਰੈਜ਼ਰਵੇਸ਼ਨ ਦੀ ਉਹ ਗੱਲ ਕਰਦੇ ਸੀ ਔਰਤਾਂ ਲਈ ਹੋਣੀ ਚਾਹੀਦੀ ਹੈ। ਤੇ ਉਹ ਸਾਰੀਆਂ ਉੱਥੋਂ ਗੱਲ ਸ਼ੁਰੂ ਕਰਨਗੀਆਂ, ਫਿਰ ਸਾਨੂੰ ਇਹਦੇ ਵਿੱਚ ਜੌਬ ਹੈ ਨਹੀਂ, ਸਾਨੂੰ ਇਹਦੇ। ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਕੇ ਫਿਰ 10 ਮਿੰਟ ਸੁਣ ਕੇ ਕਹਿੰਦੇ ਆ ਕਿ ਇੱਥੇ ਕੁੜੀਆਂ ਨੂੰ ਮਾਰੀ ਜਾਂਦੇ ਆ ਛੋਟੀਆਂ ਹੁੰਦੀਆਂ, ਜੰਮਣ ਤੋਂ ਪਹਿਲਾਂ ਹੀ, ਇਹ ਤੁਹਾਨੂੰ ਲੱਗਦਾ ਨਹੀਂ ਵੀ ਪ੍ਰੋਬਲਮ ਹੋਊਗੀ? ਫਿਰ ਇੱਕਦਮ ਉਹਨਾਂ ਦੀ ਟੋਨ ਚੇਂਜ ਹੋ ਜਾਂਦੀ ਹੈ। ਇਹ ਔਰਤਾਂ ਦੀਆਂ ਜਥੇਬੰਦੀਆਂ ਦੀ ਮੈਂ ਗੱਲ ਕਰਦਾ ਜੀ, ਉਹਨਾਂ ਦੀ ਟੋਨ ਚੇਂਜ ਹੋ ਜਾਂਦੀ। ਫਿਰ ਚੇਤਾ ਆ ਜਾਂਦਾ ਇਹ ਬੰਦਾ ਗੱਲ ਸਹੀ ਕਰਦਾ ਹੈ। ਜੇ ਤੁਸੀਂ ਇੱਕ ਜੈਂਡਰ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਆ, ਉੱਥੇ ਉਹ ਪ੍ਰੋਬਲਮ ਮੇਨ ਹੋਣੀ ਚਾਹੀਦੀ ਕਿ ਉਹਨਾਂ ਨੂੰ ਪਾਰਲੀਮੈਂਟ 'ਚ ਸੀਟਾਂ ਦਿਵਾਉਣ ਦੀ ਗੱਲ ਹੋਣੀ ਚਾਹੀਦੀ ਹੈ? ਜੀ ਬਿਲਕੁਲ, ਔਰਤ ਹੀ ਸਟੈਂਡ ਲੈ ਸਕਦੀ ਹੈ ਉਸ ਚੀਜ਼ ਦੇ ਉੱਪਰ ਤੇ ਔਰਤ ਉਸ ਸਮੇਂ ਫੈਸਲਾ ਹੀ ਨਹੀਂ ਕਰ ਪਾਉਂਦੀ, ਉਸ ਵੇਲੇ ਫੈਸਲਾ ਨਹੀਂ ਕਰਦੀ। ਮੇਰੇ ਇਹਦਾ ਕਾਰਨ ਲੱਭੋ, ਉਹਦੇ ਹੱਲ ਲੱਭੋ। ਹੁਣ ਬਦਕਿਸਮਤੀ ਇਹ ਹੋਈ ਕਿ ਜੇ ਦੇਖੋ ਅਸੀਂ ਟੈਕਨੋਲੋਜੀ ਦੀ ਐਡਵਾਂਸਮੈਂਟ ਹੁੰਦੀ ਹੈ, ਸਾਡੀ ਬਿਹਤਰੀ ਲਈ ਹੁੰਦੀ ਹੈ। ਅਸੀਂ ਹੁਣ ਅੱਜ ਕੱਲ੍ਹ ਤੁਰੇ ਫਿਰਦੇ ਹਾਂ, ਫੋਨ ਚੱਕਿਆ ਆ, ਜਿੱਥੇ ਵੀ ਖੜ ਜਾਂਦੀ ਕਾਰ ਉੱਥੇ ਫੋਨ ਕਰ ਲੈਂਦੇ ਹਾਂ। ਪਹਿਲਾਂ ਕਾਰ ਖੜ੍ਹਦੀ ਹੁੰਦੀ ਸੀ, ਨੱਠੇ ਫਰੀਦਾ ਸੀ ਕਿਤੇ ਫੋਨ ਲੱਭਣ ਲਈ, ਉੱਥੇ ਕਿਸੇ ਨੂੰ ਕਾਲ ਕਰਨ ਲਈ। ਹਰ ਚੀਜ਼ ਦੇ ਵਿੱਚ ਕੋਈ ਟੈਕਨੋਲੋਜੀ ਨੇ ਸਾਨੂੰ ਹੈਲਪ ਕੀਤਾ। ਸਾਡੀਆਂ ਫੀਮੇਲਸ ਲਈ, ਔਰਤਾਂ ਲਈ, ਕੁੜੀਆਂ ਲਈ ਇਹ ਬਦਕਿਸਮਤੀ ਲੈ ਕੇ ਆਈ ਹੈ ਕਿ ਅਲਟਰਾਸਾਊਂਡ ਟੈਕਨੋਲੋਜੀ ਆ ਗਈ ਆ। ਤੁਸੀਂ ਪੰਜਾਬ ਦੇ ਵਿੱਚ ਜੇ ਕੁੜੀਆਂ ਨੂੰ ਮਾਰਨ ਦਾ ਰੁਝਾਨ ਦੇਖਦੇ ਨਾ, ਉਹ ਇਹਦੇ ਨਾਲ ਰਿਲੇਟ ਕਰ ਸਕਦੇ ਆ। 90s ਦੇ ਵਿੱਚ ਸ਼ੁਰੂ ਹੋਇਆ, ਜ਼ਿਆਦਾ ਪਹਿਲਾਂ ਵੀ ਹੁੰਦਾ ਸੀ। ਜੇ ਤੁਸੀਂ ਜ਼ਿਆਦਾ ਕੁੜੀਆਂ ਨੂੰ ਮਾਰਨ ਦੀ ਗੱਲ ਰੁਝਾਨ ਸਮਝਦੇ ਆ, 90s ਦੇ ਵਿੱਚ ਕੋਈ 3 ਦਹਾਕਿਆਂ ਤੋਂ ਘੱਟ ਸਮੇਂ ਦੀ ਗੱਲ ਹੈ, ਉਦੋਂ ਤੋਂ ਸ਼ੁਰੂ ਹੋਇਆ ਔਰ ਇਸ ਪੱਧਰ ਤੇ ਜਾ ਪਹੁੰਚਾ ਕਿ ਅੱਜ ਜਿਹੜੀ ਟੋਟਲ ਪਾਪੂਲੇਸ਼ਨ ਗਿਣਦੇ ਆ,
895 ਉੱਥੇ ਲੜਕੀਆਂ ਆ ਤੇ 1000 ਮਰਦ ਆ। ਇਹਦਾ ਮਤਲਬ ਵੀ ਬੰਦੇ ਮਾਰਦੇ ਹੀ ਹੋਣਗੇ ਉਹਨਾਂ ਨੂੰ, ਜਿਹੜਾ ਉਹਨਾਂ ਦੀ ਗਿਣਤੀ ਘੱਟ ਆ। ਕਿਉਂਕਿ ਡੈਮੋਗ੍ਰਾਫਰ ਤਾਂ ਸਾਨੂੰ ਤਾਂ ਇਹੀ ਦੱਸਦੇ ਜਦੋਂ ਉਹਨਾਂ ਨੂੰ ਪੁੱਛਦੇ ਆ, ਉਹ ਕਹਿੰਦੇ ਕਿ ਕੁਦਰਤ ਦਾ ਇੱਕ ਅਸੂਲ ਆ ਕਿ ਤਕਰੀਬਨ ਅੱਧੇ ਹੁੰਦੇ ਆ, ਪਰ ਥੋੜਾ ਜਿਹਾ ਫੀਮੇਲ ਦੀ ਗਿਣਤੀ ਜ਼ਿਆਦਾ ਹੁੰਦੀ ਆ ਜੇ ਨਾ ਮਾਰਿਆ ਜਾਵੇ ਤਾਂ। ਇਹ ਨੇਚਰ ਦਾ ਇੱਕ ਕਾਨੂੰਨ ਹੈ। ਤੇ ਸਾਡੇ ਹੈਗੀ ਹੈ ਕਿ ਸਭ ਤੋਂ ਜ਼ਿਆਦਾ ਰਾਜਸਥਾਨ ਵਾਲੇ, ਫਿਰ ਉਸ ਤੋਂ ਦੂਸਰੇ ਨੰਬਰ ਤੇ ਪੰਜਾਬ ਵਾਲੇ, ਤੀਸਰੇ ਨੰਬਰ ਤੇ ਹਰਿਆਣੇ ਵਾਲੇ। ਇਹ ਤਿੰਨ ਜਿਹੜੇ ਸੂਬੇ ਆ ਉਹ ਪ੍ਰਮੁੱਖ ਤੌਰ ਤੇ ਲੜਕੀਆਂ ਨੂੰ ਮਾਰਨ ਦੇ ਵਿੱਚ ਮੋਹਰੀ ਆ। ਦੂਸਰੀ ਵੱਡੀ ਗੱਲ ਹੋ ਗਈ ਹੈ ਕਿ ਦੁਨੀਆ ਦੇ ਭਰ ਦੇ ਵਿੱਚ ਇਹ ਗੱਲ ਮੰਨੀ ਗਈ ਕਿ ਜੇ ਲੜਕੀ ਨੇ ਕੁਝ ਬਣਨਾ ਆ, ਉਹਨੂੰ ਪਹਿਲਾਂ ਪੜ੍ਹਾਓ, ਉਹਨੂੰ ਪਹਿਲਾਂ ਸੋਚਣ ਜੋਗੀ ਕਰੋ, ਉਹਨੂੰ ਪਹਿਲਾਂ ਕੋਈ ਐਕਸਪੀਰੀਅੰਸ ਲਵੇ, ਫਿਰ ਉਹਦੀ ਸ਼ਾਦੀ ਕਰੋ। ਕਿਉਂਕਿ ਸਾਡੇ ਪਹਿਲਾਂ ਰੁਝਾਨ ਹੁੰਦਾ ਸੀ ਕਿ ਬਚਪਨ ਦੇ ਵਿੱਚ ਹੀ ਸ਼ਾਦੀ ਹੋ ਜਾਂਦੀ ਸੀ, ਤੇ ਹੁਣ ਸ਼ਾਦੀ 33,000 ਔਰਤਾਂ ਅਜੇ ਵੀ ਡੇਲੀ, ਹਰ ਰੋਜ਼ ਜਦੋਂ ਤੁਸੀਂ ਸ਼ਾਮ ਨੂੰ ਘਰ ਨੂੰ ਜਾਣਾ, ਸੋਚੋ ਕਿ 33,000 ਉਹਨਾਂ ਚੋਂ ਵਿਆਹੀ ਜਾ ਚੁੱਕੀ ਹੈ। ਉਹਨਾਂ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਦੌਰ ਆਇਆ ਸੀ ਜਦੋਂ ਕਿ ਪੰਜਾਬ ਦੇ ਵਿੱਚ ਜਿਹੜੀਆਂ ਬੱਚੀਆਂ ਨੂੰ ਅਸੀਂ ਸ਼ਾਦੀ ਕਰਦੇ ਸੀ ਉਹ ਤਕਰੀਬਨ ਖਤਮ ਹੋ ਗਿਆ ਸੀ। ਅਜੇ ਵੀ ਚੱਲਦਾ ਸੀ, ਪਰ ਤਕਰੀਬਨ ਇਹ ਗੱਲ ਸੋਚਿਆ ਜਾਂਦਾ ਸੀ ਕਿ ਬੱਚੀ ਨੂੰ ਪੜ੍ਹਾਉਣਾ ਆ, ਉਹਨੂੰ ਕੋਈ ਤਜਰਬਾ ਹੋਵੇ, ਉਹ ਕੋਈ ਜੌਬ ਕਰੇ, ਉਦੋਂ ਬਾਅਦ ਉਹਦੀ ਸ਼ਾਦੀ ਕਰਾਂਗੇ। ਹੁਣ ਆਈਲੈਟ ਕਰਦੀਆਂ ਲੜਕੀਆਂ ਜ਼ਿਆਦਾ ਕਰਦੀਆਂ। ਇਹ ਚੰਗੀ ਗੱਲ ਹੈ ਨਾ, ਸਮਾਰਟ ਹੈ ਜੀ। ਤੇ ਲੜਕਿਆਂ ਤੋਂ ਸਾਡੇ ਹੁੰਦੀ ਨਹੀਂ ਆਈਲੈਟ। ਜੀ। ਹੁਣ 17 ਸਾਲ ਦੀ ਲੜਕੀ ਨੇ ਕਰ ਲਈ ਆ ਆਈਲੈਟ, ਤਾਂ ਉਹਦੇ ਫੋਰਨ ਜਾਣ ਦੇ ਚਾਂਸਸ ਵੱਧ ਗਏ। ਹਾਂਜੀ। ਇਸ ਕਰਕੇ ਉਹ ਫਿਰ ਲੜਕੀ ਵਾਲੇ ਵੀ ਸੋਚਦੇ ਆ ਕਿ ਇਹਦਾ ਖਰਚਾ ਜਿਹੜਾ ਆ ਲੜਕੇ ਵਾਲੇ ਕਰ ਦੇਣਗੇ। ਫਿਰ ਲੜਕਿਆਂ ਦਾ ਜਿਹੜਾ ਬੁੱਧੂ ਲੜਕਾ ਹੁੰਦਾ ਆ, ਉਹ ਆਪ ਤਾਂ ਜਾਣ ਜੋਗਾ ਨਹੀਂ, ਉਹ ਸੋਚਦਾ ਵੀ ਚੱਲ ਲੱਕੜ ਸੰਗ ਲੋਹਾ ਤਰ ਗਿਆ ਨਹੀਂ ਕਹਿੰਦੇ ਹੁੰਦੇ ਜੀ। ਤੇ ਉਹ ਗੱਲ ਉਹ ਫਿਰ ਸ਼ਾਦੀ ਕਰ ਦਿੰਦੇ ਉਹਦੀ। 17 ਸਾਲ ਦੀ ਲੜਕੀਆਂ ਦੀਆਂ ਅੱਜ ਸ਼ਾਦੀਆਂ ਹੋ ਰਹੀਆਂ ਪੰਜਾਬ ਦੇ ਵਿੱਚ। ਜੀ। ਇਸ ਕਰਕੇ ਕਿ ਹੁਣ ਜਿਹੜਾ ਟ੍ਰੈਂਡ ਚੱਲ ਪਿਆ ਆ ਉਹ ਬਾਹਰ ਜਾਣ ਲਈ ਚੱਲ ਪਿਆ। ਇੱਥੇ ਆਈਆਂ ਕੁੜੀਆਂ ਹਾਲੇ ਜਿਹੜੀਆਂ ਨਵੀਆਂ ਕੁੜੀਆਂ ਆਈਆਂ ਹੁੰਦੀਆਂ, ਮੈਂ ਡੀਲ ਕਰਦਾ ਇੰਟਰਨੈਸ਼ਨਲ ਸਟੂਡੈਂਟਸ ਨਾਲ, ਮੇਰੇ ਕੋਲ ਵੀ ਆਉਂਦੇ, ਪਹਿਲੇ ਸਾਲ ਦੇ ਵਿੱਚ ਆਉਂਦੇ ਆ, ਉਹ ਬਿਲਕੁਲ ਬੱਚੀਆਂ ਜਿਹੀਆਂ ਹੁੰਦੀਆਂ। ਇੱਕ ਤਾਂ ਮੈਂ ਕਈ ਵਾਰੀ ਦੇਖਦਾ ਨਾ, ਕਈ ਤਾਂ ਰੋਂਦੀਆਂ ਰਹਿੰਦੀਆਂ ਵਿਚਾਰੀਆਂ ਆ ਕੇ, ਕਿਉਂਕਿ ਮਾਂ-ਬਾਪ ਉਹਨਾਂ ਦੇ ਮਿਸ ਹੁੰਦੇ ਆ ਤੇ ਉਹ ਦੇਖਦੀਆਂ ਕਿ ਕਿਸੇ ਨਾਲ ਗੱਲ ਕੀਤੀ ਜਾਵੇ, ਕੋਈ ਗੱਲਬਾਤ ਕਰਨ ਲਈ ਹੈ ਨਹੀਂ, ਕੋਈ ਉਹਨਾਂ ਦੇ ਅਜੇ ਸਮਾਜਿਕ ਰਿਲੇਸ਼ਨ ਨਹੀਂ ਬਣੇ, ਤਾਂ ਉਹਨਾਂ ਦੀ ਦੇਖੋ ਸ਼ਾਦੀ ਕਰਕੇ ਭੇਜ ਦੇਣਾ। ਇਹ ਇੱਕ ਵੱਡੀ ਟ੍ਰੈਜੇਡੀ ਹੈ ਨਾ ਉਹਨਾਂ ਲਈ, ਬਹੁਤ ਵੱਡੀ ਟ੍ਰੈਜੇਡੀ ਹੈ ਜੀ। ਇਹ ਸਿਰਫ ਆਈਲੈਟਸ ਕਰਵਾ ਕੇ ਜ਼ਿੰਦਗੀ ਪੂਰੀ ਖਰਾਬ ਹੋ ਜਾਂਦੀ ਹੈ, ਕਿਉਂਕਿ ਉਸ ਵਕਤ ਜਦੋਂ ਉਹਨੇ ਆਪਣਾ ਕਰੀਅਰ ਬਣਾਉਣਾ ਹੁੰਦਾ, ਕੁਝ ਪੜ੍ਹ ਲਿਖ ਕੇ ਤਾਂ ਹੀ ਉਹ ਗਾਹਾਂ ਵਧੀਆ ਫੈਸਲੇ ਕਰ ਸਕਦੀ ਆ। ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ, ਜਿਨ੍ਹਾਂ ਦੇ ਤੁਸੀਂ ਇੱਥੇ ਕੈਨੇਡੀਅਨ ਜਰਨਲ ਆਫ ਗਾਇਨੋਕੋਲੋਜੀ ਨੇ ਇੱਕ ਸਟੱਡੀ ਪਬਲਿਸ਼ ਕੀਤੀ ਔਰ ਉਹ ਕਹਿੰਦੇ ਕਿ ਪੰਜਾਬੀਆਂ ਦੇ ਮੁੰਡੇ ਹੀ ਜ਼ਿਆਦਾ ਕਿਉਂ ਹੁੰਦੇ ਆ। ਫਿਰ ਉਹਨਾਂ ਨੇ ਲੱਭਿਆ ਕਿ ਇੱਥੇ ਤਾਂ ਅਸੀਂ ਦੱਸਦੇ ਨਹੀਂ, ਕੈਨੇਡਾ ਦੇ ਵਿੱਚ ਜਿਹੜੀ ਪਾਲਿਸੀ ਬਣੀ ਆ, ਹੁਣ ਤੁਸੀਂ ਜੇ ਅਲਟਰਾਸਾਊਂਡ ਕਰਾ ਕੇ ਆਉਂਦੇ ਆ ਵੱਡੇ ਸ਼ਹਿਰਾਂ 'ਚ ਖਾਸ ਤੌਰ ਤੇ, ਉਹ ਦੱਸਦੇ ਨਹੀਂ ਪੰਜਾਬੀ ਨੂੰ ਵੀ ਤੁਹਾਡੇ ਕੁੜੀ ਹੋਣੀ ਕਿ ਮੁੰਡਾ ਹੋਣਾ, ਕਿਉਂਕਿ ਇਹਨਾਂ ਨੇ ਦੂਜੇ ਦਿਨ ਹੀ ਜਾ ਕੇ ਆਪਰੇਸ਼ਨ ਕਰਾਇਆ। ਹੁਣ ਅਬੋਰਸ਼ਨ ਕਰਾਉਂਦੇ ਆ, ਜੇ ਹੋਵੇ ਮੁੰਡਾ ਫਿਰ ਰੱਖ ਲੈਣਾ, ਕੁੜੀ ਹੋਵੇ ਤਾਂ ਅਬੋਰਸ਼ਨ। ਸੋ ਉਹਨਾਂ ਨੇ ਪਬਲਿਸ਼ਡ ਸਟੱਡੀ ਨੇ ਕੀਤਾ ਕਿ ਇਹਨਾਂ ਦੇ ਵਿੱਚ ਕੁੜੀਆਂ ਘੱਟ ਹੈ, ਮੁੰਡੇ ਜ਼ਿਆਦਾ ਹੈ। ਉਹ ਕਿਉਂ ਆ? ਇਹ ਇਦਾਂ ਤਾਂ ਹੋ ਨਹੀਂ ਸਕਦਾ ਵੀ ਇਕੱਲੇ ਪੰਜਾਬੀਆਂ ਦੇ ਮੁੰਡੇ ਜ਼ਿਆਦਾ ਹੈ। ਕਿ ਹੁਣ ਜਦੋਂ ਮੁੰਡੇ ਵੱਡੇ ਹੋਏ ਆ, ਮੁੰਡੇ ਲੜਾਈਆਂ ਕਰਦੇ ਆ, ਮੁੰਡੇ ਗੈਂਗਸ ਦੇ ਵਿੱਚ ਹੈ, ਇਹਨਾਂ ਨੇ ਕੀ ਕਰ ਦਿੱਤਾ ਜਿਹੜਾ ਤੁਸੀਂ ਆਪਣੀਆਂ ਲੜਕੀਆਂ ਨੂੰ ਮਾਰ ਰਹੇ ਆ ਜੀ? ਜਾਂ ਤਾਂ ਹੋਵੇ ਵੀ ਬਹੁਤ ਸਰਵਣ ਪੁੱਤ ਜੰਮ ਪਏ ਆ, ਵੀ ਬੁੱਢੇ ਮਾਤਾ ਜੀ ਨੂੰ, ਪਿਤਾ ਨੂੰ ਉਹਨਾਂ ਨੇ ਬੰਜੜੀ 'ਚ ਬਿਠਾ ਕੇ ਤੀਰਥਾਂ ਤੇ ਲੈ ਕੇ ਗਿਆ ਸੀ। ਹੁਣ ਜਿਨ੍ਹਾਂ ਦੇ ਮੁੰਡੇ ਮੈਂ ਦੇਖਦਾ ਆ, ਸੁਣਦਾ ਉਹਨਾਂ ਤੋਂ, ਇਹੀ ਉਹਨਾਂ ਦੀ ਆਵਾਜ਼ ਹੁੰਦੀ ਹੈ, ਇਦੋਂ ਤਾਂ ਕੁੜੀ ਹੁੰਦੀ ਸੀ ਚੰਗੀ ਸੀ। ਮੈਂ ਕਿਹਾ ਕੁੜੀ ਤਾਂ ਤੁਸੀਂ ਮਾਰ ਦਿੱਤੀ ਹੋਣੀ ਹੈ ਜੀ। ਹੁਣ ਆਪ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ। ਜੀ।
ਇਹ ਸੋਚਣ ਦੀ ਗੱਲ ਹੈ ਸਾਰੇ ਪੰਜਾਬੀਆਂ ਨੂੰ, ਸਾਰੇ ਲੋਕਾਂ ਨੂੰ, ਸਾਰੇ ਹਿੰਦੁਸਤਾਨੀਆਂ ਨੂੰ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ। ਹੁਣ ਜਿਹਨੂੰ ਮਰਜ਼ੀ ਗੱਲ ਕਰਕੇ ਦੇਖ ਲਓ, ਉਹ ਤੁਹਾਨੂੰ ਦੱਸ ਦੂਗਾ। ਸੋ ਕਿਉਂ ਮੰਦਾ ਆਖੀਏ ਜਿੱਤ ਜਮੇ ਰਜਾਨੇ, ਇੱਥੋਂ ਸ਼ੁਰੂਆਤ ਕਰਦੇ ਮਤਲਬ ਇਹ ਕੀ ਕਹਿੰਦੇ ਨੇ, ਦਿਮਾਗ ਜਿਹਦਾ ਤੋਤੇ ਨੇ ਰਟਿਆ ਨਹੀਂ ਹੁੰਦਾ, ਤੋਤਾ ਵੀ ਸਿੱਖਦਾ ਜ਼ੁਬਾਨ, ਇਹ ਤੋਤੇ ਵਾਂਗੂ ਰਟਿਆ ਆ ਬਸ ਜੀ। ਲੋੜ ਤਾਂ ਇਹ ਹੈਗੀ ਆ ਅੱਜ ਦੇ ਸਮੇਂ ਦੇ ਵਿੱਚ, ਜਿਵੇਂ ਹੁਣ ਤੁਸੀਂ ਐਕਸਪਲੇਨ ਕੀਤਾ ਕਿ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ, ਤੇ ਜੇ ਬਾਈ ਚਾਂਸ ਜਿਹੜੇ ਲੋਕੀ ਨਹੀਂ ਮਾਰਦੇ, ਫਿਰ ਜਿਹੜਾ ਆਇਲਸ ਦਾ ਟੈਸਟ ਹੈਗਾ ਉਦੋਂ ਵੀ ਬਿਜ਼ਨਸ ਡੀਲ ਕੀਤੀਆਂ ਜਾਂਦੀਆਂ ਨੇ। ਹੁਣ ਜਿਹੜੇ ਲੋਕ ਗੱਲ ਕਰਦੇ, ਈਵਨ ਔਰਤਾਂ ਵੀ ਗੱਲ ਕਰਦੀਆਂ ਨੇ, ਉਹਨਾਂ ਨੂੰ ਵੀ ਇਹਨਾਂ ਮੁੱਦਿਆਂ ਤੇ ਆਵਾਜ਼ ਉਠਾਉਣੀ ਚਾਹੀਦੀ ਹੈ, ਇਹਨਾਂ ਮੁੱਦਿਆਂ ਬਾਰੇ ਗੱਲਬਾਤ ਕਰਨੀ ਚਾਹੀਦੀ ਆ। ਕਿਉਂਕਿ ਕਈ ਵਾਰੀ ਜੇ ਹੁਣ ਤੁਸੀਂ ਦੇਖੋ, ਬਹੁਤ ਸਾਰੇ ਪ੍ਰੋਗਰਾਮ ਉਲੀਕੇ ਜਾਂਦੇ ਨੇ ਸਰਕਾਰਾਂ ਵੱਲੋਂ ਵੀ, ਵੈਸੇ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਸ ਹੁੰਦੀਆਂ ਨੇ, ਔਰਤ ਦਿਵਸ ਦੇ ਉੱਪਰ ਬਹੁਤ ਸਾਰੇ ਲੈਕਚਰਸ ਵੀ ਦਿੱਤੇ ਜਾਂਦੇ ਆ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ, ਪਰ ਉਹ ਸਿਰਫ ਲੈਕਚਰ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ, ਇੱਕ ਦਿਨ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਵੀ ਜੀ ਅੱਜ ਇੰਟਰਨੈਸ਼ਨਲ ਵਿਮਨ ਡੇ ਹੈ ਤਾਂ ਤੁਸੀਂ ਅੱਜ ਸਿਰਫ ਗੱਲਾਂ ਕਰੋ। ਐਕਚੁਅਲ ਦੇ ਵਿੱਚ ਵੀ ਤੁਹਾਨੂੰ ਕੁਝ ਕਰਨਾ ਚਾਹੀਦਾ, ਤਾਂ ਹੀ ਫਿਰ ਇਸ ਦਿਨ ਦੀ ਜਿਹੜੀ ਇੰਪੋਰਟੈਂਸ ਹੈਗੀ ਹੈ, ਤਾਂ ਹੀ ਫਿਰ ਉਹ ਗੱਲ ਨੂੰ ਅਸੀਂ ਰੈਕੋਗਨਾਈਜ਼ ਕਰਾਂਗੇ, ਤਾਂ ਹੀ ਫਾਇਦਾ ਇਸ ਦਿਨ ਨੂੰ ਮਨਾਉਣ ਦਾ, ਤਾਂ ਹੀ ਫਾਇਦਾ ਇਸ ਦਿਨ ਦੀ ਗੱਲਬਾਤ ਕਰਨ ਦਾ, ਜੇ ਅਸੀਂ ਇਹ ਸਾਰੇ ਮੁੱਦਿਆਂ ਨੂੰ ਸੋਚਾਂਗੇ, ਵਿਚਾਰਾਂਗੇ ਤੇ ਆਪ ਅਸੀਂ ਇਹਨਾਂ ਤੇ ਸਟੈਂਡ ਵੀ ਲਵਾਂਗੇ। ਬਿਲਕੁਲ ਠੀਕ। ਇਸ ਸਮੇਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਆਵਾਜ਼, ਡਾਕਟਰ ਸ਼ਿੰਦਰ ਪੁਰੇਵਾਲ ਤੇ ਸੁਖਜੀਤ ਮੰਗੜ ਦੇ ਨਾਲ। ਡਾਕਟਰ ਸਾਹਿਬ, ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਸਭ ਤੋਂ ਪਹਿਲੀ ਖਬਰ ਹੈਗੀ ਆ ਕਿ ਜਿਹੜੀ ਖਾਲਸਾ ਡੇ ਪਰੇਡ ਹਰ ਸਾਲ ਕਰਵਾਈ ਜਾਂਦੀ ਆ ਜੀ, ਲਗਾਤਾਰ ਤੀਜੀ ਵਾਰੀ ਵੀ ਕੋਵਿਡ ਦੇ ਚੱਲਦਿਆਂ ਇਹਨੂੰ ਕੈਂਸਲ ਕਰਨਾ ਪਿਆ, ਤੇ ਪ੍ਰਬੰਧਕਾਂ ਵੱਲੋਂ ਕਿਹਾ ਜਾ ਰਿਹਾ ਹੈਗਾ ਕਿ ਇੱਕ ਤਾਂ ਪ੍ਰੋਪਰ ਪਲੈਨਿੰਗ ਹੈ ਨਹੀਂ ਸੀ, ਇਸ ਕਰਕੇ ਵੀ ਕਰਵਾਉਣਾ ਪਿਆ, ਤੇ ਦੂਸਰਾ ਜਿਹੜੀ ਹੈਗੀ ਆ ਹੈਲਥ ਐਡਵਾਈਜ਼ਰੀ ਇਹ ਚੇਂਜ ਹੁੰਦੀ ਰਹਿੰਦੀ, ਇਹਦੇ ਵਿੱਚ ਕੁਛ ਨਾ ਕੁਛ ਨਵਾਂ ਆਉਂਦਾ ਰਹਿੰਦਾ ਜੀ। ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਇਹਦੇ ਕਈ ਪਹਿਲੂ ਨੇ ਇਸ ਖਬਰ ਦੇ। ਜਿਹੜੀ ਮੈਂ ਖਬਰ ਪੜ੍ਹੀ ਆ ਉਹ ਸਰੀ ਨਾਓ ਡੈਲਟਾ ਜਿਹੜਾ ਅਖਬਾਰ ਆਉਂਦਾ ਉਹਦੇ ਵਿੱਚੋਂ ਪੜ੍ਹੀ ਆ। ਹਾਂਜੀ। ਤਾਂ ਉਹਦੇ ਬੇਸ ਤੇ ਮੇਰੀ ਇਨਫੋਰਮੇਸ਼ਨ ਹੈ ਜਿੰਨੀ ਹੈ, ਤਾਂ ਉਹਦੇ ਵਿੱਚ ਲਿਖਿਆ ਹੈ ਤੀਸਰਾ ਸਾਲ ਹੈ ਇਹ ਜਦੋਂ ਕੈਂਸਲ ਹੋਈ ਹੈ। ਹਾਂਜੀ। ਹੁਣ ਜਦੋਂ ਐਪੀਡੈਮਿਕ ਚੱਲਦਾ ਹੈ ਉਹਦੀ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਹੈਲਥ ਐਡਵਾਈਜ਼ਰੀ ਕਿਸੇ ਸਮੇਂ ਵੀ ਬਦਲ ਸਕਦੀ ਹੈ। ਹੈਲਥ ਦੇ ਵਿੱਚ ਖਾਸ ਤੌਰ ਤੇ ਇਹਨਾਂ ਦਿਨਾਂ ਵਿੱਚ ਕੋਵਿਡ ਦਾ ਫੈਲਣਾ ਜਾਂ ਨਾ ਫੈਲਣਾ, ਇਹਦੇ 'ਚ ਕਿੱਦਾਂ ਇੱਕ ਵੱਡੀ ਕਰਾਊਡ ਨੂੰ, ਵੱਡੇ ਪੱਧਰ ਤੇ ਲੋਕਾਂ ਨੇ ਆਉਣਾ ਆ, ਉਹਨਾਂ ਨੂੰ ਕਿੱਦਾਂ ਸੇਫ ਰੱਖਿਆ ਜਾ ਸਕਦਾ, ਸੁਰੱਖਿਅਤ ਰੱਖਿਆ ਜਾ ਸਕਦਾ। ਸੋ ਇੱਕ ਪਲੈਨਿੰਗ ਦੇ ਵਿੱਚ ਐਪੀਡੀਮੀਓਲੋਜਿਸਟ ਜਿਹੜੇ ਆ, ਹੈਲਥ ਸਰਵਿਸਿਜ਼ ਵਾਲੇ ਆ, ਉਹ ਇਨਵੋਲਵ ਹੋਣੇ ਚਾਹੀਦੇ ਆ, ਨਾ ਕਿ ਸਿਰਫ ਗੋਲਕ ਗਿਣਨ ਵਾਲੇ ਜੀ। ਜਿਹੜੇ ਬੰਦੇ ਜਿਨ੍ਹਾਂ ਨੂੰ ਐਕਸਪਰਟੀਜ਼ ਆ ਇਹਦੀਆਂ ਗੱਲਾਂ, ਉਹ ਇਨਵੋਲਵ ਹੋਣੇ ਚਾਹੀਦੇ ਆ। ਜੇ ਤੁਸੀਂ ਸਰੀ ਨਾਓ ਡੈਲਟਾ ਦੀ ਖਬਰ ਪੜ੍ਹਦੇ ਆ, ਕੱਲ ਆਈ ਸੀ ਖਬਰ ਉਹਨਾਂ ਦੀ, ਜੇ ਕਿਸੇ ਨੇ ਪੜ੍ਹਨੀ ਹੋਵੇ ਉਹਨਾਂ ਦੇ ਵੈਬਸਾਈਟ ਤੇ ਸੀ, ਤਾਂ ਉਹਦੇ ਵਿੱਚ ਜਿਹੜਾ ਦਿੱਤਾ ਆ ਉਹਨਾਂ ਨੇ ਗੁਰਦੁਆਰਾ ਸਾਹਿਬ ਦੇ ਕਿਸੇ ਬੰਦੇ ਦੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਉਹ ਸਿਰਫ ਤੇ ਸਿਰਫ ਗੋਲਕ ਬਾਰੇ ਹੀ ਆ। ਉਹਨਾਂ ਨੇ ਦੋ ਗੱਲਾਂ ਕੀਤੀਆਂ ਕਿ ਇੱਕ ਤਾਂ ਅਸੀਂ ਜੇ ਹਜ਼ਾਰਾਂ ਡਾਲਰ ਖਰਚ ਦਿੰਨੇ ਆ ਤੇ ਕੱਲ ਨੂੰ ਕੈਂਸਲ ਹੋ ਜਾਵੇ, ਮਤਲਬ ਉਹ ਪੈਸੇ ਦੀ ਗੱਲ ਹੋਈ ਨਾ। ਹਾਂਜੀ। ਦੂਸਰਾ, ਜਿਹੜੇ ਬੰਦੇ ਫਲੋਟਸ ਲੈ ਕੇ ਆਉਂਦੇ ਆ, ਜਿਹੜੇ ਬੰਦੇ ਆਪਣੇ ਬਿਜ਼ਨਸਮੈਨ, ਦੂਸਰੇ ਲੋਕੀ ਜਿਹੜੇ ਆਪਣੇ ਲੋਕਾਂ ਲਈ ਸਰਵਿਸਿਜ਼ ਲੈ ਕੇ ਆਉਂਦੇ ਨੇ, ਉਹਨਾਂ ਨੇ ਵੀ ਪੈਸੇ ਖਰਚਣੇ ਆ, ਉਹ ਵੀ ਅਗੇਨ ਗੋਲਕ ਦੀ ਗੱਲ ਹੋ ਗਈ। ਹਾਂਜੀ। ਹੁਣ ਦੂਸਰਾ ਪਹਿਲੂ ਇਹ ਆ ਕਿ ਜਿਹੜੀ ਪਲੈਨਿੰਗ ਕੀ, ਇਹਦੇ ਵਿੱਚ ਕੌਣ ਬੰਦੇ ਇਨਵੋਲਵ ਸੀ, ਇਹ ਪਹਿਲਾਂ ਦੇਖਿਆ ਜਾਣਾ ਚਾਹੀਦਾ। ਇਹ ਤਾਂ ਇਹਨਾਂ ਨੂੰ ਹੀ ਪਤਾ ਹੋਊਗਾ ਜਿਹੜੇ ਬੰਦੇ ਆਰਗੇਨਾਈਜ਼ ਕਰਦੇ ਸੀ। ਹਾਂਜੀ। ਸਾਨੂੰ ਤਾਂ ਪਤਾ ਨਹੀਂ ਕਿਉਂ ਕੈਂਸਲ ਹੋਈ। ਦੂਸਰੀ ਗੱਲ ਹੈਗੀ ਹੈ ਕਿ ਅਸੀਂ ਸੋਚਣ ਵਾਲੀ ਇਹ ਦੋ ਪਹਿਲੂ ਆ ਜਿਹੜੇ ਵਿਸਾਖੀ ਦੇ ਆ। ਇੱਕ ਤਾਂ ਸੱਭਿਆਚਾਰਕ ਪਹਿਲੂ ਆ। ਹਾਂਜੀ। ਕਿ 1699 ਤੋਂ ਪਹਿਲਾਂ ਵੀ ਵਿਸਾਖੀ ਹੁੰਦੀ ਸੀ। ਇਹ ਨਹੀਂ ਸੋਚਣਾ ਚਾਹੀਦਾ ਵੀ 1699 ਚ ਕਿਤੇ ਮੀਂਹ ਪਿਆ ਸੀ ਉਦੋਂ ਲੋਕੀ ਜੰਮੇ ਸੀ। 1699 ਤੋਂ ਪਹਿਲਾਂ ਪੰਜਾਬ ਰਿਹਾ, ਹੜੱਪਾ ਸਿਵਲਾਈਜੇਸ਼ਨ ਤੋਂ, ਮੋਹਨਜੋਦੜੋ ਸਿਵਲਾਈਜੇਸ਼ਨ ਤੋਂ ਪਹਿਲਾਂ ਵੀ ਪੰਜਾਬ ਹੁੰਦਾ ਸੀ। ਔਰ ਵਿਸਾਖੀ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਦਾ ਬਰਥਡੇ ਮਨਾਉਂਦੇ ਹੁੰਦੇ ਸੀ ਪਹਿਲਾਂ। ਗੁਰੂ ਨਾਨਕ ਦੇਵ ਜੀ ਦਾ
ਕਾਫੀ ਦੇਰ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਨ ਆ ਵਿਸਾਖੀ ਵਾਲੇ ਦਿਨ ਮਨਾਉਂਦੇ ਰਹੇ। ਇਹ ਇਤਿਹਾਸਕ ਗੱਲ ਹੈ। ਔਰ ਪਹਿਲੀ ਖੁਸ਼ੀ ਹੁੰਦੀ ਸੀ ਕਿ ਕਣਕ ਘਰ ਆਈ ਲੋਕਾਂ ਦੇ। ਇਹ ਜਿਹੜੇ ਖੇਤੀਬਾੜੀ ਤੇ ਨਿਰਭਰ ਕਰਦੀਆਂ ਸੀ ਸਮਾਜ, ਉਹਨਾਂ ਲਈ ਤਾਂ ਇਹ ਵੱਡੀ ਗੱਲ ਹੁੰਦੀ ਸੀ। ਯੂਰਪ ਦੇ ਵਿੱਚ ਵੀ ਇਹ ਹੁੰਦੀਆਂ ਸੀ ਕਿ ਹਾਰਵੈਸਟ ਟਾਈਮ ਤੇ ਜਿਹੜੇ ਫੈਸਟੀਵਲ ਆ ਹਾਰਵੈਸਟ ਟਾਈਮ ਤੇ ਹੁੰਦੇ ਸੀ ਉਹਨਾਂ ਦੇ। ਸਾਡੇ ਵੀ ਹਾਰਵੈਸਟ ਟਾਈਮ ਤੇ ਹੁੰਦੇ। ਤੁਸੀਂ ਦੀਵਾਲੀ ਦੇਖਦੇ ਆ, ਉਹ ਵੀ ਹਾਰਵੈਸਟ ਟਾਈਮ ਦੀ ਹੁੰਦੀ ਹੈ। ਵਿਸਾਖੀ ਦੇਖਦੇ ਆ, ਉਹ ਵੀ ਹਾਰਵੈਸਟ ਟਾਈਮ ਦੀ ਹੁੰਦੀ ਹੈ। ਅੱਛਾ, ਦੂਸਰੀ ਗੱਲ ਹੁਣ ਇਹ ਨਾਲ ਜੁੜ ਗਈ ਹੈ ਧਰਮ ਦੇ ਨਾਲ। ਧਾਰਮਿਕ ਪੱਖੋਂ ਉਹ ਵੀ ਬੜੀ ਮਹੱਤਵਪੂਰਨ ਗੱਲ ਹੈ ਕਿ ਇੱਕ ਵਿਚਾਰ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ, ਉਹ ਇੱਕ ਸੰਸਥਾ ਵਿੱਚ ਤਬਦੀਲ ਹੋਇਆ 1699 ਦੇ ਵਿੱਚ। ਉਹਦਾ ਵਿਕਾਸ ਹੋਣਾ ਉਹ ਇੱਕ ਆਪਣੇ ਆਪ 'ਚ ਬਹੁਤ ਮਹੱਤਵਪੂਰਨ ਗੱਲ ਹੈ। ਉਹਦੇ ਵਿੱਚ ਮਹੱਤਵਪੂਰਨ ਗੱਲ ਇੱਕ ਹੈ ਕਿ ਜਿਹੜੇ ਵਿਚਾਰ 'ਚ ਇਹ ਲੋਕ ਪ੍ਰਚਾਰ ਕੀਤਾ ਗਿਆ ਕਿ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਹੋ। ਫਿਰ ਜੇ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਜੀ ਬਿਲਕੁਲ, ਇਹ ਵੱਡੀ ਗੱਲ ਹੈ। ਅੱਛਾ, ਫਿਰ ਅਸੀਂ ਇਹ ਇਤਿਹਾਸਕ ਦਿਨ ਮਨਾਉਂਦੇ ਆ, ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ। ਬੱਚੇ ਸਾਨੂੰ ਪੁੱਛਦੇ ਆ, ਫਿਰ ਇਹ ਵਿਰਸੇ ਦੀ ਗੱਲ ਆ ਜਾਂਦੀ ਹੈ ਨਾ। ਅਸੀਂ ਫਿਰ ਉਹਨਾਂ ਨੂੰ ਦੱਸਾਂਗੇ ਵੀ ਅਸੀਂ ਵਿਸਾਖੀ ਕਿਉਂ ਮਨਾਉਂਦੇ। ਇਹ ਤਾਂ ਕਹਿੰਦੇ ਨਹੀਂ ਵੀ ਥੱਪੜ ਮਾਰਨਾ ਜੇ ਅਗਲੀ ਵਾਰੀ ਪੁੱਛਿਆ ਤਾਂ, ਏਦਾਂ ਵੀ ਕਹਿੰਦੇ ਹੁੰਦੇ ਸੀ ਬਜ਼ੁਰਗ। ਪਰ ਇੱਥੇ ਤਾਂ ਅਸੀਂ ਦੱਸਦੇ ਹਾਂ ਨਾ ਬੱਚਿਆਂ ਨੂੰ ਵੀ ਸਾਡੇ ਸੱਭਿਆਚਾਰ 'ਚ ਆ, ਸਾਡੇ ਧਰਮ ਦੇ ਵਿੱਚ ਆ। ਹੁਣ ਇਹ ਗੱਲਾਂ ਇੱਕ ਪਾਸੇ ਛੱਡ ਦਿਓ। ਜਿਹੜੀ ਸਿਰਫ ਤੇ ਸਿਰਫ ਮੈਂ ਸਟੇਟਮੈਂਟ ਪੜ੍ਹ ਰਿਹਾ, ਇੱਕ ਗੁਰਦੁਆਰੇ ਦੇ ਕੋਲ ਕੀ ਮਨੋਪਲੀ ਆ ਵੀ ਉਹਨਾਂ ਨੇ ਇਕੱਲਿਆਂ ਨੇ ਵਿਸਾਖੀ ਮਨਾਉਣੀ ਹੈ। ਜਿੱਦਾਂ ਹੁਣ ਅੱਜ ਕੱਲ੍ਹ ਕਾਪੀਰਾਈਟ ਆ, ਅੱਜ ਕੱਲ੍ਹ ਕੋਈ ਬਿਜ਼ਨਸ ਐਸਟੈਬਲਿਸ਼ ਕਰਦਾ, ਮੈਂ ਫੋਨ ਲੱਭਿਆ ਹੋਵੇ, ਮਤਲਬ ਖੋਜ ਕੀਤੀ ਹੋਵੇ, ਤਾਂ ਇਹਦਾ ਕਾਪੀਰਾਈਟ ਮੇਰੇ ਕੋਲ ਹੋਣਾ ਜੀ, ਇਹਦਾ ਪੇਟੈਂਟ ਮੇਰੇ ਕੋਲ ਹੋਣਾ। ਹਾਂਜੀ, ਵਿਸਾਖੀ ਤੇ ਤਾਂ ਕਿਸੇ ਦਾ ਪੇਟੈਂਟ ਨਹੀਂ ਨਾ। ਨਹੀਂ, ਬਿਲਕੁਲ ਨਹੀਂ। ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕਿਤੇ ਕਾਪੀਰਾਈਟ ਨਹੀਂ ਕੀਤੀ। ਨਹੀਂ। ਇਹ ਫਿਰ ਕਿਹੜੇ ਬੰਦੇ ਨੇ ਕਿਹਾ ਵੀ ਇੱਕ ਹੀ ਗੁਰਦੁਆਰੇ ਵਾਲੇ ਸਿਰਫ ਕਰਨ? ਉਹ 4 ਬੰਦੇ ਜਿਹੜੇ ਬੈਠੇ ਆ ਕੰਟਰੋਲ ਕਰਕੇ, ਉਹੋ ਹੀ ਸਿਰਫ ਫੈਸਲਾ ਕਰਨ ਕਿ ਇੱਥੇ ਵਿਸਾਖੀ ਹੋਣੀ ਜਾਂ ਨਹੀਂ ਹੋਣੀ। ਉਹਨਾਂ ਨੇ ਕੀ ਕਿਸੇ ਐਪੀਡੈਮੀਓਲੋਜਿਸਟ ਨਾਲ ਗੱਲ ਕੀਤੀ ਆ, ਕਿਸੇ ਹੈਲਥ ਐਕਸਪਰਟਸ ਨਾਲ ਗੱਲ ਕੀਤੀ, ਕੋਈ ਕਰਾਊਡ ਕੰਟਰੋਲ ਕਰਨ ਵਾਲਿਆਂ ਨਾਲ ਗੱਲ ਕੀਤੀ ਆ? ਉਹ ਕਿੰਨਿਆਂ ਬੰਦਿਆਂ ਨੂੰ? ਇੱਥੇ ਬਾਕੀ ਦੀਆਂ ਜਿਹੜੀਆਂ ਸਿੱਖ ਸੰਸਥਾਵਾਂ, ਕੀ ਉਹਨਾਂ ਨਾਲ ਗੱਲਬਾਤ ਕੀਤੀ ਹੈ? ਇਹ ਗੱਲਾਂ ਨੋਟ ਕਰਨ ਵਾਲੀਆਂ ਉਹਨਾਂ ਦੇ। ਅੱਛਾ, ਇਹ ਹੁਣ ਸਿਰਫ ਤੇ ਸਿਰਫ ਇਹਨੂੰ ਗੋਲਕ ਨਾਲ ਜੋੜਨਾ ਨਾ। ਉਹ ਸਾਡੇ ਇੱਕ ਗੱਲ ਸੁਣਾਉਂਦੇ ਹੁੰਦੇ ਆ, ਖੋਜ ਕੋਈ ਸਾਈਕੋਲੋਜੀ ਡਿਪਾਰਟਮੈਂਟ ਦਾ ਬੰਦਾ ਖੋਜ ਕਰਦਾ ਸੀ, ਉਹਨੇ ਇੱਕ ਫੋਕਸ ਗਰੁੱਪ ਲਿਆਂਦਾ ਤੇ ਉਹ ਫੋਕਸ ਗਰੁੱਪ ਨੂੰ ਇੱਕ ਬਿਲਕੁਲ ਕੋਰਾ ਕਾਗਜ਼ ਦਿਖਾ ਰਿਹਾ ਸੀ, ਚਿੱਟਾ ਕਾਗਜ਼ ਏਦਾਂ। ਤਾਂ ਉਹ ਕਹਿੰਦਾ ਵੀ ਇਹ ਤੇ ਤੁਸੀਂ ਮੈਨੂੰ 3 ਵਾਰ ਮੈਂ ਸਵਾਲ ਪੁੱਛਣਾ ਵੀ ਇਹ ਤੇ ਤੁਹਾਨੂੰ ਕਿਹਦੀ ਪਿਕਚਰ ਦੀਦੀ ਆ, ਤੇ ਉਹ ਚੌਥੀ ਵਾਰੀ ਇਹ ਪੁੱਛਣਾ ਵੀ ਤੁਸੀਂ ਕਿਉਂ ਸੋਚਦੇ ਏਦਾਂ। ਉਹ ਕਹਿੰਦੇ ਠੀਕ ਹੈ। ਉਹਨੇ ਪਹਿਲੀ ਵਾਰੀ ਇੱਕ ਬਿਲਕੁਲ ਕੋਰਾ ਕਾਗਜ਼ ਕੱਢਿਆ ਤਾਂ ਬੰਦਾ ਜਿਹੜਾ ਉੱਠਿਆ ਉਹ ਕਈ ਦਿਨਾਂ ਦਾ ਭੁੱਖਾ ਸੀ, ਉਹਨੂੰ ਬਹੁਤ ਭੁੱਖ ਲੱਗੀ ਸੀ। ਉਹਨੂੰ ਦਿਖਾਇਆ ਕਾਗਜ਼, ਕਹਿੰਦਾ ਵੀ ਇਹਦੇ ਤੇ ਕਿਹਦੀ ਪਿਕਚਰ ਹੈ? ਉਹ ਕਹਿੰਦਾ ਜੀ ਰੋਟੀ ਦੀ। ਉਹ ਕਹਿੰਦਾ ਨਹੀਂ, ਰੋਟੀ ਨਹੀਂ। ਦੂਜੀ ਕਹਿੰਦਾ ਜੀ ਚੌਲਾਂ ਦੀ। ਉਹ ਕਹਿੰਦਾ ਨਹੀਂ, ਚੌਲਾਂ ਦੀ ਨਹੀਂ। ਕਹਿੰਦਾ ਜੀ ਡੋਸਾ ਆ। ਉਹਨੇ ਫਿਰ ਪੁੱਛਿਆ ਬੰਦੇ ਨੇ ਵੀ ਤੂੰ ਰੋਟੀ ਚੌਲ ਤੇ ਡੋਸਾ ਹੀ ਕਿਉਂ ਕਿਹਾ? ਉਹ ਕਹਿੰਦਾ ਜੀ ਮੈਨੂੰ ਤਾਂ ਲੱਗੀ ਆ ਭੁੱਖ, ਕਈ ਦਿਨਾਂ ਦਾ ਮੈਂ ਭੁੱਖਾ ਆ, ਮੈਨੂੰ ਤਾਂ ਆਲੇ ਦੁਆਲੇ ਸਾਰੇ ਰੋਟੀ ਚੌਲ ਤਾਂ ਡੋਸਾ ਹੀ ਦਿੰਦੇ, ਮੈਂ ਇਹੀ ਕੁਝ ਖਾਧਾ ਮੈਂ ਜ਼ਿੰਦਗੀ ਦੇ ਵਿੱਚ। ਉਹਦੇ ਨਾਲ ਇੱਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਕੈਨੇਡਾ ਦਾ ਬੰਦਾ ਬੈਠਾ ਸੀ। ਉਹਨਾਂ ਨੇ ਉਹਨੂੰ ਉਠਾਲਿਆ, ਉਹਨੂੰ ਕਹਿੰਦੇ ਵੀ ਇੱਥੇ ਕੀ ਦੀਦਾ? ਉਹ ਕਹਿੰਦਾ ਲੂਨੀ ਜਿਹੜਾ $1 ਹਾਂਜੀ ਹਾਂਜੀ। ਤਾਂ ਉਹ ਕਹਿੰਦੇ ਨਹੀਂ। ਦੂਸਰੀ ਇਹ ਪੁੱਛਿਆ, ਉਹ ਕਹਿੰਦਾ ਟੂਨੀ $2 ਦੀ। ਫਿਰ ਤੀਸਰੀ ਵਾਰੀ ਪੁੱਛਿਆ, ਕਹਿੰਦਾ ਜੀ $5 ਦਾ ਨੋਟ। ਉਹ ਕਹਿੰਦਾ ਵੀ ਤੁਸੀਂ ਕਿਉਂ ਇਹ ਜਵਾਬ ਦਿੱਤਾ ਏਦਾਂ? ਕਹਿੰਦਾ ਜੀ ਮੈਂ ਗੁਰਦੁਆਰਾ ਮੈਨੇਜਮੈਂਟ ਕਮੇਟੀ 'ਚ ਆ,
ਸਾਡੀ ਅਸੀਂ ਗੋਲਕ ਗਿਣਦੇ ਆ, ਉਹ 'ਚ ਲੂਨੀਆਂ ਟੂਨੀਆਂ ਤੇ $5 ਹੀ ਜ਼ਿਆਦਾ ਹੁੰਦੇ ਆ, ਤੇ ਸਾਡੀ ਨਿਗਾਹ ਦੇ ਵਿੱਚ ਹਰ ਚੀਜ਼ ਜਿਹੜੀ ਆ ਲੂਨੀਆਂ ਟੂਨੀਆਂ ਤੇ $5 ਦੇ ਵਿੱਚ ਘੁੰਮਦੀ ਹੈ। ਗੋਲਕ ਤੇ ਸ਼ੁਰੂ ਹੁੰਦੀ ਹੈ, ਗੋਲਕ ਤੇ ਸ਼ੁਰੂ ਹੁੰਦੀ ਹੈ, ਗੋਲਕ ਤੇ ਖਤਮ ਹੁੰਦੀ ਹੈ। ਉਹਦੇ ਵਿੱਚ ਧਰਮ ਦਾ ਕੀ ਰੋਲ ਆ, ਸੱਭਿਆਚਾਰ ਦਾ ਕੀ ਰੋਲ ਆ, ਸਾਡੇ ਵਿਰਸੇ ਦਾ ਕੀ ਰੋਲ ਆ, ਇਹ ਸਭ ਗੱਲਾਂ ਪਿੱਛੇ ਛੱਡ ਦਿੱਤੀਆਂ। ਇਹ ਤੇ ਸਾਰੀ ਕਮਿਊਨਿਟੀ ਨੂੰ ਸੋਚਣ ਵਾਲੀ ਗੱਲ ਹੈ ਕਿ ਇੱਕ ਤਾਂ ਮੋਨੋਪੋਲੀ ਕਿਹਨਾਂ ਲੋਕਾਂ ਨੇ ਕਿਉਂ ਮੋਨੋਪੋਲੀ ਐਸਟੈਬਲਿਸ਼ ਕੀਤੀ ਹੈ। ਕੀ ਉਹਨਾਂ ਦੇ ਕੋਲ ਇਹ ਇੱਕ ਪੇਟੈਂਟ ਕਰਾਇਆ ਵੀ ਅਸੀਂ ਸਿਰਫ ਵਿਸਾਖੀ ਕਰਾਉਣੀ ਹੈ, ਦੂਜਿਆਂ ਨੇ ਨਹੀਂ ਕਰਾਉਣੀ। ਦੂਸਰਾ, ਹੈਲਥ ਐਕਸਪਰਟਸ ਨਾਲ ਗੱਲਬਾਤ ਹੋਈ ਜਾਂ ਨਹੀਂ। ਤੇ ਤੀਸਰੀ ਗੱਲ ਜਿਹੜੀ ਹੈ, ਜੇ ਵਿਸਾਖੀ ਦੀ ਪਰੇਡ ਨਹੀਂ ਹੁੰਦੀ, ਇਹਦੀ ਕੋਈ ਇਤਿਹਾਸਕ ਮਹੱਤਤਾ ਆ, ਇਹਦੀ ਕੋਈ ਸੱਭਿਆਚਾਰਕ ਮਹੱਤਤਾ ਆ, ਇਹਦੀ ਧਾਰਮਿਕ ਮਹੱਤਤਾ ਆ, ਸਾਡੇ ਵਿਰਸੇ ਨਾਲ ਜੁੜੀ ਹੋਈ ਆ, ਇਹਨੂੰ ਸਿਰਫ ਤੇ ਸਿਰਫ ਗੋਲਕ ਨਾਲ ਹੀ ਜੋੜਨਾ, ਕੀ ਇਹ ਵਧੀਆ ਗੱਲ ਹੈ? ਇਹ ਮੈਂ ਸਾਰੀ ਕਮਿਊਨਿਟੀ ਨੂੰ ਗੱਲ ਕਰ ਰਿਹਾ ਜੀ। ਹਰ ਇੱਕ ਨੂੰ ਸੋਚਣਾ ਚਾਹੀਦਾ, ਸੋਚਣ ਦੀ ਗੱਲ ਹੈ ਜੀ। ਬਿਲਕੁਲ, ਜਿਹੜੇ ਤੁਸੀਂ ਹੁਣ ਸਵਾਲ ਉਠਾਏ ਨੇ, ਹਰ ਇੱਕ ਇਨਸਾਨ ਨੂੰ ਇਹਨਾਂ ਸਵਾਲਾਂ ਬਾਰੇ ਸੋਚਣਾ ਚਾਹੀਦਾ ਕਿ ਵਾਕਈ ਹੀ ਇਹ ਜਿਹੜੀਆਂ, ਜਿਵੇਂ ਤੁਸੀਂ ਦੱਸਿਆ ਕਿ ਇਸ ਦਿਨ ਦੀ ਇੱਕ ਇਤਿਹਾਸਿਕ ਮਹੱਤਤਾ ਹੈਗੀ ਆ, ਉਹਦੇ ਬਾਰੇ ਗੱਲਬਾਤ ਕਰਨੀ। ਜਿਵੇਂ ਹੁਣ ਚਲੋ ਪਰੇਡ ਤਾਂ ਕੈਂਸਲ ਹੋ ਗਈ ਆ, ਪਰ ਉਹੀ ਜਿਵੇਂ ਤੁਸੀਂ ਕਿਹਾ ਕਿ ਸਿਰਫ ਕੀ ਇੱਕ ਹੀ ਗੁਰਦੁਆਰੇ ਦੇ ਕੋਲੇ ਇਸ ਚੀਜ਼ ਦਾ ਰਾਈਟ ਹੈਗਾ, ਤੇ ਕੌਣ ਡਿਸਾਈਡ ਕਰਦਾ ਹੈ, ਕਿਸ ਵੱਲੋਂ, ਪਹਿਲਾਂ ਤੋਂ ਵੀ ਕਿਸ ਵੱਲੋਂ ਡਿਸਾਈਡ ਕੀਤਾ ਗਿਆ ਸੀ। ਡਾਕਟਰ ਸਾਹਿਬ, ਹੁਣ ਰੁਖ ਕਰਦੇ ਹਾਂ ਅਗਲੀ ਖਬਰ ਵੱਲ, ਜਿਸ ਦਾ ਸਬੰਧ ਹੈਗਾ ਜੀ US ਦੇ ਨਾਲ। ਤੇ ਜੋ ਬਾਈਡਨ ਨੇ ਸਾਊਦੀ ਅਰੇਬੀਆ ਦਾ ਟੂਰ ਕਰਨਾ, ਤੇ ਉਸ ਟੂਰ ਨੂੰ ਲੈ ਕੇ ਦੋ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਜਿਹਦਾ ਸਬੰਧ ਆਇਲ ਦੇ ਨਾਲ ਹੀ ਆ। ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਉਹ ਉੱਥੇ ਜਾ ਰਹੇ ਹੈਗੇ ਆ ਕਿ ਜਿਹੜੇ ਵਿਕਲਪ ਹੈਗੇ ਆ ਆਇਲ ਦੇ, ਉਹ ਲੱਭਣ ਦੇ ਲਈ, ਤੇ ਉਹਨਾਂ ਦੇ ਐਡਵਾਈਜ਼ਰਸ ਵੱਲੋਂ ਕਿਹਾ ਜਾ ਰਿਹਾ ਕਿ ਨਹੀਂ, ਉਹ ਇਸਲਾਮਿਕ ਨੇਸ਼ਨ ਦੇ ਨਾਲ ਆਪਣੇ ਸਬੰਧ ਨੂੰ ਹੋਰ ਵੀ ਜ਼ਿਆਦਾ ਸੁਖਾਵਾਂ ਤੇ ਹੋਰ ਵੀ ਜ਼ਿਆਦਾ ਵਧੀਆ ਬਣਾਉਣ ਦੇ ਮਕਸਦ ਦੇ ਨਾਲ ਜਾ ਰਹੇ ਆ। ਤੁਸੀਂ ਇਸ ਖਬਰ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਹਿੰਦੇ ਨੇ ਪੰਜਾਬੀ ਦਾ ਗਾਣਾ ਹੈ ਨਾ, ਇੱਕ, ਜਿਨ੍ਹਾਂ ਰਾਵਾਂ ਦੀ ਸਾਰ ਨਾ ਜਾਣਾ ਉਹਨੇ ਰਾਹੀਂ ਵੀ ਮੈਨੂੰ ਤੁਰਨਾ ਪਿਆ। ਹੁਣ ਜੋ ਬਾਈਡਨ ਨੇ, ਇਹਨਾਂ ਨੇ ਕੁਝ ਗੱਲਾਂ ਜਿਹੜੀਆਂ ਕਦੇ ਰਾਜਨੀਤਿਕ ਸੋਚਦੇ ਨਹੀਂ, ਉਹ ਆ ਜ਼ਰੂਰ ਜਾਂਦੀਆਂ। ਜਿੱਦਾਂ ਹੁਣ ਐਪੀਡੈਮਿਕ ਬਾਰੇ ਕਦੇ ਕਿਸੇ ਨੇ ਸੋਚਿਆ ਹੋਣਾ ਕਿ ਕੋਵਿਡ ਵੀ ਆ ਜਾਣੀ। ਇਸੇ ਤਰ੍ਹਾਂ ਕਦੇ ਕਿਸੇ ਨੇ ਸੋਚਿਆ ਹੋਣਾ ਵੀ ਰਸ਼ੀਆ ਨੇ ਯੂਕਰੇਨ ਤੇ ਹਮਲਾ ਵੀ ਕਰ ਦੇਣਾ। ਹੁਣ ਪਹਿਲਾਂ ਅਸੀਂ ਗੱਲ ਕਰਦੇ ਸੀ ਸੈਂਕਸ਼ਨਸ ਦੀ, ਕਿ ਸੈਂਕਸ਼ਨ ਲਾਉਣ ਦੇ ਨਾਲ ਰਸ਼ੀਆ ਨੂੰ ਕੀ ਨੁਕਸਾਨ ਹੋਣਾ। ਹੁਣ ਤੁਸੀਂ ਗੈਸ ਸਟੇਸ਼ਨ ਦੇ ਲਾਗੇ ਦੀ ਲੰਘਦੇ ਨਾ, ਹਰ ਰੋਜ਼ ਹੀ ਗੈਸ ਉੱਪਰ ਨੂੰ ਗਿਆ ਹੁੰਦਾ। ਹਾਂਜੀ। ਔਰ ਇਹ ਵੀ ਕਿਆਸਰਾਈਆਂ ਲਾ ਰਹੇ ਲੋਕੀ ਕਿ ਜੇ $200 ਨੂੰ ਬੈਰਲ ਹੋ ਗਿਆ, ਫਿਰ ਕਿੱਧਰ ਨੂੰ ਜਾਵਾਂਗੇ? ਕਿਉਂਕਿ ਇਕੱਲਾ ਗੈਸ ਸਟੇਸ਼ਨ ਦੀ ਗੱਲ ਨਹੀਂ ਹੈ, ਇਹਦੇ ਨਾਲ ਹੋਰ ਵੀ ਇਕਨੋਮੀ ਜੁੜੀ ਹੋਈ ਹੈ। ਹਾਂਜੀ। ਇਹ ਤਾਂ ਕਿਆਸਰਾਈਆਂ ਲਾਉਂਦੇ ਸੀ ਕਿ ਅਸੀਂ ਜੀ ਫੋਸਲ ਫਿਊਲ ਨਹੀਂ ਵਰਤਣੇ, ਅਸੀਂ ਆਹ ਕਰਨਾ, ਅਸੀਂ ਉਹ ਕਰਨਾ, ਪਰ ਅਜੇ ਉਹ ਟੈਕਨੋਲੋਜੀ ਨਹੀਂ ਆਈ ਜਿਹੜੀ ਅਸੀਂ ਆਇਲ ਨੂੰ ਛੱਡ ਦਈਏ। ਅਜੇ ਅਸੀਂ ਇਹਦੇ ਤੇ ਡਿਪੈਂਡੈਂਟ ਹੈ। ਹਾਂਜੀ, ਬਿਲਕੁਲ ਨਿਰਭਰ ਹੈ। ਔਰ ਇਕਨੋਮੀ ਦਾ ਬਹੁਤ ਵੱਡਾ ਹਿੱਸਾ ਨਿਰਭਰ ਹੈ ਆਇਲ ਤੇ। ਇੱਥੋਂ ਤੱਕ ਕਿ ਹੁਣ ਕੁਝ ਇੱਕ ਓਪੀਨੀਅਨਸ ਕਰਕੇ ਸਾਡੇ ਪ੍ਰਾਈਮ ਮਿਨਿਸਟਰ ਇੱਥੋਂ ਗਏ ਨੇ, ਇੰਗਲੈਂਡ ਗਏ ਨੇ, ਯੂਰਪ ਦੇ ਵਿੱਚ ਗਏ ਨੇ। ਉਹ ਬਚਣ ਦੀ ਤਾਂ ਕੋਸ਼ਿਸ਼ ਕਰਦੇ ਸੀ ਕਿ ਡੋਮੈਸਟਿਕ ਜਿਹੜੇ ਗਲਤੀਆਂ ਕੀਤੀਆਂ, ਕਿ ਹੁਣ ਮੌਕਾ ਹੈ ਬਰਾਉਨੀ ਪੁਆਇੰਟ ਬਣਾਉਣ ਦਾ। ਤੇ ਉਹ ਜਦੋਂ UK ਦੇ ਪ੍ਰਾਈਮ ਮਿਨਿਸਟਰ ਨੂੰ ਮਿਲੇ ਆ, ਤੁਹਾਨੂੰ ਪਤਾ ਕਿ 10 ਡਾਊਨਿੰਗ ਸਟਰੀਟ ਦੇ ਉਹ ਪਿਛਲੇ ਪਾਸੇ ਦੀ ਅੰਦਰ ਨੂੰ ਉਹਨਾਂ ਨੂੰ ਵਾੜਿਆ। ਹਾਂਜੀ। ਕਿਉਂਕਿ ਮੋਰਲੇ ਪਾਸੇ ਡੈਮੋਨਸਟ੍ਰੇਸ਼ਨ ਹੁੰਦੀ ਸੀ। ਹੁਣ ਡੈਮੋਨਸਟ੍ਰੇਸ਼ਨਸ ਯੂਰਪ ਦੇ ਵਿੱਚ ਸਾਡੇ ਪ੍ਰਾਈਮ ਮਿਨਿਸਟਰ ਦੇ ਖਿਲਾਫ ਕਿਉਂ ਹੋ ਰਹੀਆਂ? ਕਿਉਂਕਿ ਇਹਨਾਂ ਨੇ ਐਮਰਜੈਂਸੀ ਲਾਈ ਸੀ। ਜਿਹੜੇ ਇਹ ਕਹਿ ਰਹੇ ਆ ਕਿ ਪਿਊਟਨ ਜਿਹੜਾ ਆ ਉਹ ਡਿਕਟੇਟਰ ਆ, ਉਹ ਯੂਰਪ ਦੇ ਵਿੱਚ ਬਹੁਤ ਕਾਲਮ ਲਿਖੇ ਗਏ, ਬਹੁਤ ਮੀਡੀਆ ਨੇ ਨੁਕਤਾਚੀਨੀ ਕੀਤੀ ਕਿ ਵੱਡੇ ਡੈਮੋਕ੍ਰੈਟ ਆਪਣੇ ਆਪ ਨੂੰ ਲੋਕਤੰਤਰ ਵਾਲੇ ਦੱਸਣ ਵਾਲੇ ਖੁਦ ਐਮਰਜੈਂਸੀ ਲਾ ਕੇ, ਖੁਦ ਡਿਕਟੇਟਰ ਬਣ ਕੇ ਸਾਨੂੰ ਦੱਸਣ ਆਏ ਆ। ਅੱਛਾ, ਉਹ ਕਹਿੰਦੇ ਹੁੰਦੇ ਕਿ ਮੂਲਾ ਭੱਜਿਆ ਮੌਤ ਤੋਂ ਅੱਗੇ ਮੌਤ ਖੜੀ।
ਤਾਂ ਦੂਸਰੀ ਮੌਤ ਇਧਰੋਂ ਜਿਹੜੀ ਫੇਰ ਮੁੜ ਕੇ ਤਾਂ ਫੇਰ ਇੱਥੇ ਹੀ ਆਉਣਾ, ਹਾਂਜੀ, ਇੱਥੇ ਆਉਣਾ ਤੇ ਇੱਥੇ ਕੀਮਤਾਂ ਲਗਾਤਾਰ ਵੱਧ ਰਹੀਆਂ। ਜਿਹੜੀ ਪਾਈਪਲਾਈਨ ਉਹ ਸੋਚਦੇ ਸੀ ਕਿ ਭੁੱਲ ਗਏ ਹੁਣ ਲੋਕੀ, $4,500 ਮਿਲੀਅਨ $4.5 ਬਿਲੀਅਨ ਦੀ ਆ ਪਾਈਪਲਾਈਨ ਸੀ ਬਰਨ ਇੱਥੇ ਆਉਣੀ ਵੀ ਅਲਬਰਟਾ ਤੋਂ, ਉਹ ਬੰਦ ਕਰਾਤੀ ਨਾ। ਜਸਟਿਨ ਟਰੂਡੋ ਨੇ 2 ਇਲੈਕਸ਼ਨ ਜਿੱਤੀਆਂ ਬਿਨਾਂ ਜਵਾਬ ਦਿੱਤੇ। ਲੋਕਾਂ ਦਾ ਪੈਸਾ ਆ, $4500 ਮਿਲੀਅਨ ਥੋੜਾ ਨਹੀਂ ਹੈ। ਇੱਥੇ ਸਾਡੇ ਪ੍ਰੀਮੀਅਰ ਹਮੇਸ਼ਾ ਹੀ ਵਾਸ਼ਿੰਗਟਨ ਸਟੇਟ ਦੇ ਗਵਰਨਰ ਨੂੰ ਇੱਥੇ ਲੈ ਕੇ ਆਉਂਦੇ ਆ, ਉਹ ਸਾਡੀਆਂ ਪਾਈਪਲਾਈਨਸ ਦੇ ਖਿਲਾਫ ਹੈ। ਉਹ ਖੁਦ ਉਹ ਗਵਰਨਰ, ਉਹ ਅਲਬਰਟਾ ਦਾ ਉਹ ਆਇਲ ਜਿਹੜਾ ਪਾਈਪਲਾਈਨਸ ਨਾਲ ਲਿਜਾ ਕੇ ਇੱਥੇ ਸਾਡੇ ਬਾਰਡਰ ਤੋਂ ਬਹੁਤੀ ਦੂਰ ਨਹੀਂ ਆ, ਪਿਊਜਡ ਸਾਊਂਡ ਉਹਨੂੰ ਕਹਿੰਦੇ ਏਰੀਏ ਨੂੰ, ਉਹਦੇ ਵਿੱਚ ਕਈ ਰਿਫਾਈਨਰੀਜ਼ ਆ, ਆਇਲ ਰਿਫਾਈਨਰੀਜ਼, ਉੱਥੋਂ ਰਿਫਾਈਨ ਕਰਕੇ ਸਾਨੂੰ ਵੇਚਦੇ। ਉਹਨ ਤਾਂ ਜਿਸ ਬੰਦੇ ਨੇ ਸਾਡੇ ਨਾਲ ਦੁਕਾਨ ਪਾਈ ਹੋਵੇ ਉਹਨ ਤਾਂ ਕਹਿਣਾ ਹੀ ਆ ਕਿ ਤੁਸੀਂ ਬੰਦ ਕਰੋ ਆਪਣੀ, ਜੀ ਰਾਈਟ, ਮੇਰਾ ਸਮਾਨ ਖਰੀਦਿਆ ਕਰੋ। ਤੇ ਇਹ ਬੈਠੇ ਵਿਕਟੋਰੀਆ ਤੋਂ ਉਹਨੂੰ ਸੱਦਣ ਜਾਂਦੇ ਆ ਵਾਸ਼ਿੰਗਟਨ ਡੀਸੀ ਤੋਂ ਕਿ ਤੁਸੀਂ ਜਾ ਕੇ ਸਾਡੇ ਬੋਲੋ। ਹੁਣ ਇਹ ਇੱਕ ਵੱਡੀ ਚੁਣੌਤੀ ਬਣ ਚੁੱਕੀ ਆ ਜੋ ਬਾਈਡਨ ਲਈ ਵੀ ਕਿ ਕੁਛ ਨਾ ਕੁਛ ਤਾਂ ਕਰਨਾ ਪੈਣਾ। ਆਇਲ ਦੀਆਂ ਕੀਮਤਾਂ ਬਹੁਤ ਵੱਧ ਰਹੀਆਂ। ਵੈਸੇ ਆਇਲ ਪ੍ਰੋਡਿਊਸਿੰਗ ਕੰਟਰੀਜ਼ ਕੈਨੇਡਾ 3rd ਲਾਰਜੈਸਟ ਹੈ, ਸਾਊਦੀ ਅਰੇਬੀਆ, ਵੈਨਜ਼ੂਏਲਾ, ਕੈਨੇਡਾ, ਰਸ਼ੀਆ, USA, ਇਹ ਇਰਾਨ, ਇਹ ਹੈਗੇ ਆ ਮੁਲਕ ਜਿਨ੍ਹਾਂ ਦੇ ਵਿੱਚ ਬਹੁਤ ਆਇਲ ਹੈ। ਹੁਣ ਇੱਕ ਪਾਸੇ ਤਾਂ ਇਹਨਾਂ ਨੇ ਜੋ ਬਾਈਡਨ ਨੇ ਡੋਮੈਸਟਿਕ ਪਾਲਿਸੀ ਅਪਣਾਈ ਹੈ ਕਿ ਫੋਸਲਸ ਫਿਊਲ ਨਹੀਂ ਸਾਨੂੰ ਚਾਹੀਦੇ, ਜਿੱਦਾਂ ਇਲੈਕਟ੍ਰਿਕ ਕਾਰਾਂ ਦੀ ਗੱਲ ਕਰਦੇ ਉਹ, ਜੀ ਜੀ, ਪਰ ਉਹ ਇਲੈਕਟ੍ਰਿਕ ਕਾਰਾਂ ਓਵਰਨਾਈਟ ਤਾਂ ਆ ਨਹੀਂ ਜਾਣੀਆਂ। ਅਜੇ ਤਾਂ ਉਹੀ ਕਾਰਾਂ ਤੁਰੀਆਂ ਫਿਰਦੀਆਂ ਜਿਹੜੀਆਂ ਗੈਸ ਸਟੇਸ਼ਨ ਤੇ ਰੁਕਦੀਆਂ। ਹਾਂਜੀ, ਟਰੱਕ ਲੈ ਕੇ ਆਉਂਦੇ ਆ। ਜਿੰਨੀ ਵੀ ਐਨਰਜੀ ਜਿਹੜੀ ਆ ਆਇਲ ਸਪਲਾਈ ਕਰਦਾ, ਉਹ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ। ਹੁਣ ਇਹਨਾਂ ਨੂੰ ਫਿਕਰ ਪੈ ਗਿਆ। ਜੋ ਬਾਈਡਨ ਦੀ ਵੈਸੇ ਹੀ ਅਪਰੂਵਲ ਰੇਟਿੰਗ ਥੱਲੇ ਜਾ ਰਹੀ ਸੀ, ਹਾਂਜੀ, ਹੁਣ ਇੱਕ ਹੋਰ ਗੱਲ ਨਾਲ ਜੁੜ ਗਈ ਹੈ ਕਿ ਆਇਲ ਪ੍ਰਾਈਸਸ ਤਾਂ ਨੂੰ ਜਾ ਰਹੀਆਂ। ਜੀ, ਇਹ ਚੰਗੀ ਗੱਲ ਨਹੀਂ ਹੈ ਇਹਨਾਂ ਸਿਆਸਤਦਾਨਾਂ ਲਈ। ਹਾਲਾਂਕਿ ਕੰਟਰੋਲ ਤਾਂ ਕਰਦੇ ਨਹੀਂ ਵਿਚਾਰੇ, ਰੇਟਿੰਗ ਡਾਊਨ ਹੋ ਗਈ ਤੇ ਆਇਲ ਪ੍ਰਾਈਸਸ ਆਰ ਗੋਇੰਗ ਡਾਊਨ। ਇਹ ਸੱਚੀ ਗੱਲ ਹੈ ਵੀ ਇਹਨਾਂ ਦੇ ਹੱਥ 'ਚ ਤਾਂ ਵਿਚਾਰਿਆਂ ਦੇ ਹੈ ਨਹੀਂ ਕੁਝ। ਹਾਂਜੀ ਹਾਂਜੀ, ਪਰ ਉਹਦੀ ਨੈਗੇਟਿਵ ਪਾਸਾ ਜਿਹੜਾ ਉਹ ਚੱਲਣਾ ਪੈਣਾ। ਜਿਵੇਂ ਜਿੱਦਾਂ ਐਪੀਡੈਮਿਕ ਖਤਮ ਹੋਣ ਕੇ ਇਕਨੋਮੀ ਮੁੜ ਕੇ ਖੁੱਲ ਰਹੀ ਸੀ ਤੇ ਬੜਾ ਟੋਰਨਾ ਕਰ ਰਿਹਾ ਸੀ ਕਿ 6 ਮਿਲੀਅਨ ਜੌਬ ਮੈਂ ਕ੍ਰੀਏਟ ਕਰ ਦਿੱਤੀ। ਹਾਂਜੀ, ਉਹ 'ਚ ਇਹਨਾਂ ਦਾ ਕੋਈ ਹੱਥ ਨਹੀਂ ਸੀ। ਜੀ ਜੀ, ਜੇ ਤੁਸੀਂ ਕ੍ਰੈਡਿਟ ਲੈਣੇ ਨਾ ਕਿਸੇ ਚੀਜ਼ ਦੀ, ਪਰ ਇਹਦੇ ਨਾਲ ਦੂਸਰੇ ਤੁਹਾਡੇ ਮਾੜੀ ਚੀਜ਼ ਦੀ ਵੀ ਕ੍ਰੈਡਿਟ ਤੁਹਾਨੂੰ ਹੀ ਮਿਲਣੀ ਹੈ। ਰਿਸਪੌਂਸਿਬਿਲਿਟੀ ਮਾੜੀ ਚੀਜ਼ ਦੀ ਵੀ ਲੈਣੀ ਚਾਹੀਦੀ ਆ। ਹੁਣ ਇਹਨਾਂ ਦਾ ਕੰਟਰੋਲ ਤਾਂ ਹੈ ਨਹੀਂ। ਜਿਹੜੇ ਰਸ਼ੀਆ ਦਾ ਜੇ ਆਇਲ ਅਜੇ ਤਾਈਂ ਬੰਦ ਨਹੀਂ ਕੀਤਾ ਇਹਨਾਂ ਨੇ, ਗੱਲਬਾਤ ਕਰ ਰਹੇ ਆ, ਗੱਲਬਾਤ ਹੀ ਕਰ ਰਹੇ ਆ। ਪਿਛਲੇ ਹਫ਼ਤੇ ਵਾਈਟ ਹਾਊਸ ਦੇ ਸਪੋਕਸਮੈਨ ਨੂੰ ਇੱਕ ਰਿਪੋਰਟਰ ਨੇ ਪੁੱਛਿਆ ਕਿ ਤੁਸੀਂ ਗੱਲਾਂ ਕਰਦੇ ਸੈਂਕਸ਼ਨ ਲਾਉਣੀ ਆ, ਰਸ਼ੀਆ ਨੂੰ ਆਹ ਕਰਨਾ, ਉਹਨਾਂ ਦਾ ਆਇਲ ਹਜੇ ਵੀ ਖਰੀਦੀ ਜਾਂਦੇ। ਹਾਂਜੀ, ਉਹਨੇ ਇਹ ਗੱਲ ਕਹਿੰਦਾ ਸਾਡੇ ਸਟ੍ਰੈਟੇਜਿਕ ਇੰਟਰਸਟ ਦੇ ਵਿੱਚ ਨਹੀਂ ਆ। ਮਤਲਬ ਆਹ ਕੁਝ ਕਰਦੇ ਆ, ਸੈਂਕਸ਼ਨ ਉਹ ਲਾ ਰਹੇ ਆ ਜਿਹੜੇ ਸਾਡੇ ਹਿੱਤ ਦੇ ਵਿੱਚ ਹੋਣ। ਯੂਕਰੇਨ ਦਾ ਇਹਦੇ ਵਿੱਚ ਕੋਈ ਕੰਮ ਨਹੀਂ, ਪਰ ਹੁਣ ਇਹਨਾਂ ਤੇ ਪ੍ਰੈਸ਼ਰ ਪੈ ਗਿਆ, ਇੰਟਰਨੈਸ਼ਨਲ ਪ੍ਰੈਸ਼ਰ ਪਈ ਜਾਂਦਾ ਵੀ ਤੁਸੀਂ ਇਹ ਆਇਲ ਉਹਨਾਂ ਦਾ ਖਰੀਦਣਾ ਬੰਦ ਕਰੋ। ਉਹ ਤਾਂ ਪੈਸੇ ਬਣਾ ਰਹੇ ਆ, ਆਇਲ ਦੀ ਕੀਮਤਾਂ ਤਾਂ ਚੜ ਰਹੀਆਂ। ਸਾਊਦੀ ਅਰੇਬੀਆ ਜਿਹੜਾ ਆ ਉਹ ਤੇ ਆਸ ਲਾਈ ਆ ਵੀ ਇਹ ਆਪ ਤੇ ਹੋਰ ਇਸਲਾਮਿਕ ਮੁਲਕਾਂ ਨੂੰ ਇਹ ਕਹਿਣਗੇ ਕਿ ਭਾਈ ਪ੍ਰੋਡਕਸ਼ਨ ਵਧਾਓ। ਹੁਣ ਇੱਕ ਤਰੀਕਾ ਆ ਪ੍ਰਾਈਸ ਥੱਲੇ ਲਿਆਉਣ ਦਾ ਕਿ ਜੇ ਸਪਲਾਈ ਵੱਧ ਜਾਵੇ। ਇਹ ਸਿੱਧਾ ਪੁਰਾਣੀ ਇਕਨੋਮਿਕਸ ਆ ਕਿ ਜੇ ਡਿਮਾਂਡ ਵੱਧ ਜਾਂਦੀ ਆ, ਸਪਲਾਈ ਘਟ ਜਾਂਦੀ ਆ, ਫਿਰ ਪ੍ਰਾਈਸ ਤਾਂ ਨੂੰ ਚੱਲ ਜਾਂਦੀ ਆ। ਜੇ ਸਪਲਾਈ ਵੱਧ ਜਾਂਦੀ ਆ, ਡਿਮਾਂਡ ਘਟ ਜਾਂਦੀ ਆ, ਜੇ ਡਿਮਾਂਡ ਉਨੀ ਵੀ ਰਹਿੰਦੀ ਆ ਫਿਰ ਉਹਦੀ ਪ੍ਰਾਈਸ ਥੱਲੇ ਨੂੰ ਆ ਜਾਣੀ। ਇਹ ਹੁਣ ਸਾਊਦੀ ਅਰੇਬੀਆ ਦੀਆਂ ਮਿਹਨਤਾਂ ਕਰਦੇ ਸੀ ਕਿ ਤੁਸੀਂ ਆਇਲ ਪ੍ਰੋਡਕਸ਼ਨ ਵਧਾਓ। ਹੁਣ ਉਹਨਾਂ ਦੇ ਨਾਲ ਇੱਕ ਹੋਰ ਪੰਗਾ ਹੈ ਸਾਊਦੀ ਅਰੇਬੀਆ ਨਾਲ। ਉਹਨਾਂ ਦਾ ਇੱਕ ਸਾਊਦੀ ਅਰੇਬੀਆ ਦਾ ਜਰਨਲਿਸਟ ਸੀ, ਉਹਦਾ ਨਾਂ ਸੀ ਖਸ਼ੋਗੀ। ਉਹ ਪਿੱਛੇ ਜਾਏ, ਉਹ ਹੈਗਾ ਸਾਊਦੀ ਅਰੇਬੀਆ ਦੀ ਹਕੂਮਤ ਦੇ ਖਿਲਾਫ ਬਹੁਤ ਲਿਖਦਾ ਸੀ।
ਪਹਿਲਾਂ ਵਾਸ਼ਿੰਗਟਨ ਪੋਸਟ ਦੇ ਵਿੱਚ ਲਿਖਦਾ ਹੁੰਦਾ ਸੀ ਕਾਲਮ, ਉਹ ਇੱਥੋਂ ਅਮਰੀਕਾ ਦੇ ਵਿੱਚੋਂ ਗਿਆ, ਮੁੜ ਕੇ ਪਤਾ ਨਹੀਂ ਉਹਨੇ ਵਾਪਸ ਜਾਣਾ ਸੀ ਸਾਊਦੀ ਅਰੇਬੀਆ ਨੂੰ। ਟਰਕੀ ਦੇ ਵਿੱਚ ਸਾਊਦੀ ਅਰੇਬੀਆ ਦੀ ਐਮਬੈਸੀ ਦੇ ਵਿੱਚ ਗਿਆ ਕੋਈ ਕੰਮ ਲਈ, ਤਾਂ ਉਹ ਬਾਹਰ ਨਹੀਂ ਆਇਆ, ਔਰ ਬਾਹਰ ਜੇ ਆਏ ਤਾਂ ਉਹਦੀ ਇੱਕ ਬੋਰੀ ਦੇ ਵਿੱਚ ਟੁਕੜੇ ਟੁਕੜੇ ਕਰਕੇ ਲਾਸ਼ ਪਾਈ ਸੀ। ਹੁਣ ਇਹ ਇਨਵੈਸਟੀਗੇਸ਼ਨ ਕਰਨ ਲੱਗ ਪਏ ਟਰਕੀ ਵਾਲੇ ਕਿ ਹੋਇਆ ਕੀ, ਉਹ ਬੰਦਾ ਗਿਆ ਬਾਹਰ ਹੀ ਨਹੀਂ ਆਇਆ, ਇੱਕ ਬੋਰੀ ਆਈ ਹੈ ਜੇ ਤੇ ਲਾਸ਼ ਦੇ ਟੁਕੜੇ ਟੁਕੜੇ ਪਏ, ਫਿਰ ਇਹਦੀ ਇਨਵੈਸਟੀਗੇਸ਼ਨ ਤਾਂ ਕਰਨੀ ਹੈ। ਉਹ ਇਨਵੈਸਟੀਗੇਸ਼ਨ ਜਿਹੜੀ ਸੀ ਉਹਨੇ ਲੀਡ ਕਰ ਦਿੱਤਾ ਕਿ ਇਹ ਸਾਊਦੀ ਅਰੇਬੀਆ ਦੀ ਰਾਇਲ ਫੈਮਿਲੀ ਦੇ ਵਿੱਚੋਂ ਉਹਨਾਂ ਨੇ ਇਹ ਕੰਮ ਕਰਾਇਆ, ਕਿਉਂਕਿ ਸਾਊਦੀ ਅਰੇਬੀਆ ਦੇ ਹਾਕਮਾਂ ਦੇ ਖਿਲਾਫ ਇਹ ਬੰਦਾ ਲਿਖਦਾ ਹੁੰਦਾ ਸੀ। ਇਹ ਪਹਿਲਾਂ ਤਾਂ ਲੈ ਕੇ ਡੋਨਲਡ ਟਰੰਪ ਤਾਂ ਲੈ ਕੇ ਬੈਠੇ ਰਹੇ ਉਹ ਰਿਪੋਰਟ। ਇਹਨਾਂ ਨੇ ਜੋ ਬਾਈਡਨ ਨੇ ਪੁਆਇੰਟ ਬਣਾਉਣ ਲਈ ਆਪਣੇ ਵੀ ਮੈਂ ਬਹੁਤ ਵੱਡਾ ਡੈਮੋਕ੍ਰੇਟ ਹਾਂ, ਇਹਨਾਂ ਨੇ ਉਹ ਛਪਵਾ ਦਿੱਤੀ, ਉਹ ਰਿਪੋਰਟ ਛਾਪ ਦਿੱਤੀ। ਸਾਊਦੀ ਅਰੇਬੀਆ ਵਾਲੇ ਬਹੁਤ ਗੁੱਸੇ ਹੋਏ ਕਿ ਸਾਡੇ ਤੁਸੀਂ ਤਾਂ ਸਾਨੂੰ ਬਲੇਮ ਕਰਤਾ, ਅਸੀਂ ਤਾਂ ਮੰਨਦੇ ਹੀ ਨਹੀਂ ਇਹ ਗੱਲ, ਇਹ ਤਾਂ ਤੁਹਾਡੀ ਇਨਵੈਸਟੀਗੇਸ਼ਨ ਹੈ, ਅਸੀਂ ਇਹ 'ਚ ਹਿੱਸਾ ਨਹੀਂ ਲਿਆ, ਇਸ ਕਰਕੇ ਅਸੀਂ ਇਸ ਰਿਪੋਰਟ ਦੀ ਨਿਖੇਧੀ ਕਰਦੇ ਹਾਂ। ਪਰ ਉਹ ਰਿਪੋਰਟ ਕਰਤੀ ਉਹ ਸੀਗੀ ਹਾਲੇ ਯੂਕਰੇਨ ਤੇ ਰਸ਼ੀਆ ਨੇ ਹਮਲਾ ਨਹੀਂ ਕੀਤਾ। ਇਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਇਹਨਾਂ ਦੀ ਕੀ ਲੋੜ ਹੈ, ਇਹਨਾਂ ਨੂੰ ਸਾਡੀ ਲੋੜ ਹੈ। ਅੱਛਾ, ਹੁਣ ਇਹਨਾਂ ਨੂੰ ਲੱਗਾ ਇੱਕਦਮ ਕਿ ਇਹਨਾਂ ਦੀ ਲੋੜ ਪੈ ਗਈ, ਇੱਕ ਆਇਲ ਭਾਈ ਤੁਸੀਂ ਤੇਲ ਜ਼ਿਆਦਾ ਪ੍ਰੋਡਿਊਸ ਕਰੋ। ਹੁਣ ਇਹ ਫੋਨ ਕਰਦੇ, ਹੁਣ ਜਿਹੜਾ ਸਪਰਿੰਗ ਜਿਹੜੀ ਇਹਨਾਂ ਨੇ ਕਿਹਾ ਕਿ ਸਪਰਿੰਗ ਦੇ ਵਿੱਚ ਮਤਲਬ ਅਗਲੇ ਥੋੜੇ ਜਿਹੇ ਦਿਨਾਂ ਦੇ ਵਿੱਚ ਜੋ ਬਾਈਡਨ ਸਾਊਦੀ ਅਰੇਬੀਆ ਜਾਣਗੇ, ਹਾਂਜੀ, ਜਿਹੜਾ ਕਿ ਅਨਪਲੈਨਡ ਇਹਨਾਂ ਦਾ ਵਿਜ਼ਿਟ ਆ, ਔਰ ਗੁੱਸਾ ਉਹਨਾਂ ਨੂੰ ਸਾਊਦੀ ਅਰੇਬੀਆ ਨੂੰ ਇਸ ਗੱਲ ਦਾ ਕਿ ਤੁਸੀਂ ਸਾਨੂੰ ਬਲੇਮ ਕਰ ਰਹੇ ਸੀ, ਸਾਡੇ ਤੇ ਇਲਜ਼ਾਮ ਲਾ ਰਹੇ ਸੀ ਤੇ ਹੁਣੇ ਹੀ ਸਾਨੂੰ ਬਦਨਾਮ ਕਰਦੇ ਹਟੇ ਆ, ਹੁਣੇ ਹੀ ਸਾਡੇ ਤੋਂ ਮੰਗ ਕਰਦੇ ਆ ਕਿ ਤੁਸੀਂ ਤੇਲ ਵਧਾਓ। ਇਹ ਕਿੱਦਾਂ ਕਰ ਸਕਦੇ ਹਾਂ ਅਸੀਂ? ਸੋ ਉਹਦੇ ਮਾਮਲੇ ਦੇ ਨਾਲ ਕਿੱਦਾਂ ਡੀਲ ਕਰਦੇ ਆ ਇਹ ਡਿਟਰਮਨ ਕਰੂਗਾ ਕਿ ਇਹਨਾਂ ਦੀ ਸਕਸੈਸਫੁਲ ਕਾਮਯਾਬ ਹੁੰਦੀ ਆ ਵਿਜ਼ਿਟ ਜਾਂ ਨਹੀਂ ਹੁੰਦੀ। ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ ਜੀ, ਆਉਣ ਵਾਲੇ ਦਿਨਾਂ 'ਚ ਪਤਾ ਲੱਗ ਜੂਗਾ। ਔਰ ਸਾਡੇ ਇਹ ਗੱਲ ਲੋਕਾਂ ਨੂੰ ਹੁਣ ਕੈਨੇਡਾ ਦੇ ਵਿੱਚ ਵੀ ਸੋਚਣੀ ਪੈਣੀ ਹੈ। ਦੇਖੋ, ਕੈਨੇਡਾ ਬਹੁਤ ਆਇਲ ਪ੍ਰੋਡਿਊਸ ਕਰਦਾ, 3rd ਲਾਰਜੈਸਟ ਪ੍ਰੋਡਿਊਸਰ ਆ ਅਸੀਂ, 37 ਮਿਲੀਅਨ ਤਾਂ ਬੰਦਾ ਹੈ ਇੱਥੇ, ਦੁਨੀਆ ਨੂੰ ਭੇਜਦੇ ਹਾਂ। ਕੈਨ ਯੂ ਇਮੇਜਿਨ, ਅਜੇ ਵੀ ਅਸੀਂ ਇੰਪੋਰਟ ਕਰਦੇ ਹਾਂ ਆਇਲ। ਅੱਜ ਰਸ਼ੀਆ ਤੇ ਪਿਛਲੇ ਹਫ਼ਤੇ ਬੈਨ ਕੀਤਾ ਇਹਨਾਂ ਨੇ, ਪਰ ਰਸ਼ੀਆ ਤੋਂ ਵੀ ਲੈਂਦੇ ਸੀ। ਕਿਊਬੈਕ ਤੇ ਅਟਲਾਂਟਿਕ ਕੈਨੇਡਾ ਦੇ ਵਿੱਚ ਅੱਧਾ ਤੇਲ ਵਰਤਦੇ ਜਿਹੜਾ ਉਹ ਫੋਰਨ ਤੋਂ ਆਉਂਦਾ ਹੈ, ਕਿਉਂਕਿ ਕਿਊਬੈਕ ਵਾਲਿਆਂ ਨੇ ਅਲਬਰਟਾ ਦਾ ਤੇਲ ਅਜੇ ਤਾਈਂ ਜਾਣ ਲਈ ਉੱਥੇ ਜਿਹੜੀ ਪਾਈਪਲਾਈਨ ਇੱਕ ਟਰਾਂਸਪੋਰਟ ਕਰਨਾ ਪੈਂਦਾ ਨਾ ਆਇਲ ਤਾਂ, ਜੇ ਅਲਬਰਟਾ ਜੋ ਨਿਕਲਦਾ ਲਿਜਾਣਾ ਤਾਂ ਹੈ ਕਿਸੇ ਜਾਂ ਟਰੱਕਾਂ ਨਾਲ ਜਾਂ ਟ੍ਰੇਨਸ ਨਾਲ, ਸਭ ਤੋਂ ਸੇਫ ਤਰੀਕਾ ਆ ਪਾਈਪਲਾਈਨਸ ਦੇ ਨਾਲ ਲਿਜਾਣ ਦਾ। ਉਹਨਾਂ ਨੇ ਪਾਈਪਲਾਈਨ ਬਣ ਨਹੀਂ ਦਿੱਤੀ। ਇਹਨਾਂ ਨੇ ਜਸਟਿਨ ਟਰੂਡੋ ਨੇ ਆਪਣੇ ਆਪ ਨੂੰ ਪੈਰਿਸ ਅਕੋਰਡ 'ਚ ਫਲਾਨਾ ਕਰਕੇ ਆਪਣੇ ਆਪ ਨੂੰ ਐਨਵਾਇਰਮੈਂਟਲਿਸਟ ਦੱਸਣ ਲਈ, ਯੂਥ ਵੋਟਾਂ ਲੈਣ ਲਈ ਇਹਨਾਂ ਨੇ ਉਹ ਪਾਈਪਲਾਈਨ ਬਣ ਨਹੀਂ ਦਿੱਤੀ। ਹੁਣ ਉਹ ਸਵਾਲ ਉੱਠਦੇ ਆ ਤੇ ਉਸ ਵੇਲੇ ਉੱਠਦੇ ਆ ਜਦੋਂ ਵੈਸੇ ਹੀ ਲੋਕ ਤੰਗ ਆ ਚੁੱਕੇ ਨਾਰਮਲੀ ਵੀ ਜਿਹੜੀ ਵੀ ਗੱਲ ਕਰਦੇ ਸੀ। ਸੋ ਮੈਨੂੰ ਲੱਗਦਾ ਕਿ ਜਸਟਿਨ ਟਰੂਡੋ ਦੇ ਦਿਨ ਆ ਚੁੱਕੇ ਆ। ਅਗਲੀ ਇਲੈਕਸ਼ਨ ਮੇਰਾ ਖਿਆਲ ਨਹੀਂ ਲੜਨਗੇ ਇਹ, ਜੇ ਲੜਨਗੇ ਤਾਂ ਬਿਲਕੁਲ ਹੀ ਦੂਸਰੇ ਪਾਸੇ O2 ਵਰਗਾ ਬੰਦਾ ਆ ਜਾਵੇ ਤਾਂ ਪਤਾ ਕੋਈ ਨਹੀਂ, ਪਰ ਉੱਦਾਂ ਜਿੱਤਣ ਦੇ ਇਹਨਾਂ ਦੇ ਕੋਈ ਰਿਸਾਰ ਨਹੀਂ। ਹੁਣ ਇਹ ਕੋਈ ਲੱਭਦੇ ਫਿਰਦੇ ਜਗ੍ਹਾ ਇਦਾਂ ਦੀ ਕਿ 4-5 ਸਾਲ ਇਦਾਂ ਦੀ ਜਗ੍ਹਾ ਮਿਲੇ ਜਿੱਥੇ ਆਰਾਮ ਨਾਲ ਬਹਿ ਕੇ ਭੰਗ ਪੀਏ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਜਿਹੜੀ ਅਗਲੀ ਗੱਲਬਾਤ ਆ ਉਹ ਕਰਨ ਜਾ ਰਹੇ ਹਾਂ। ਸੈਨੇਟਰ ਲਿੰਡਜ਼ੀ ਗ੍ਰੈਹਮ ਨੇ ਇੱਕ ਟਵੀਟ ਕੀਤਾ ਸੀ, ਉਸ ਟਵੀਟ ਨੇ ਕਾਫੀ ਜ਼ਿਆਦਾ ਹਲਚਲ ਜਿਹੜੀ ਆ ਉਹ ਪੈਦਾ ਕਰ ਦਿੱਤੀ ਜੀ। ਤੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਉਹਨਾਂ ਨੇ ਟਵੀਟ ਕੀਤਾ ਕਿਹੜਾ ਸੀ? ਉਹਨਾਂ ਨੇ ਟਵੀਟ ਦੇ ਵਿੱਚ ਕੀਤਾ ਕਿ ਕੋਈ ਬੰਦਾ ਉੱਠੇ ਰਸ਼ੀਆ ਦੇ ਵਿੱਚ ਜਿਹੜਾ ਪਿਊਟਨ ਨੂੰ ਮਾਰ ਦੇਵੇ, ਜਿੱਦਾਂ ਬਰੂਟਸ ਨੇ ਸੀਜ਼ਰ ਨੂੰ ਮਾਰਿਆ ਸੀ,
ਹਿਟਲਰ ਦੇ ਖਿਲਾਫ ਬੰਦੇ ਉੱਠੇ ਸੀ ਜਿਹੜੇ ਪਲਾਟ ਕਰਦੇ ਸੀ ਉਹਨੂੰ ਮਾਰਨ ਲਈ। ਹੁਣ ਅਮਰੀਕਾ ਲਈ ਇੱਕ ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਸਰਕਾਰੀ ਤੌਰ ਤੇ ਪਹਿਲਾਂ ਕੁਛ ਇੱਕ ਵਰਲਡ ਲੀਡਰਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ 'ਚੋਂ ਵੱਡੀ ਗੱਲ ਸੀ ਫਿਡਲ ਕਾਸਟਰੋ ਨੂੰ ਮਾਰਨ ਦੀ। ਤੇ ਉਹਦੇ ਤੇ ਫਿਰ ਨਿਖੇਧੀ ਹੁੰਦੀ, ਅੰਤਰਰਾਸ਼ਟਰੀ ਲਾਅ ਆ, ਕਾਨੂੰਨ ਹੈ ਕਿ ਤੁਸੀਂ ਕਿਸੇ ਵੀ ਦੇਸ਼ ਦੇ ਲੀਡਰ ਨੂੰ ਮਾਰ ਨਹੀਂ ਸਕਦੇ। ਇਹ ਗੈਰ ਕਾਨੂੰਨੀ ਗੱਲ ਹੈ। ਵੈਸੇ ਵੀ ਨਹੀਂ ਮਾਰ ਸਕਦੇ ਤੁਸੀਂ, ਪਰ ਅੰਤਰਰਾਸ਼ਟਰੀ ਤੌਰ ਤੇ ਕਿਸੇ ਲੀਡਰ ਨੂੰ ਮਾਰਨਾ ਤਾਂ ਬਿਲਕੁਲ ਗੈਰ ਕਾਨੂੰਨੀ ਹੈ ਨਾ। ਜੀ ਜੀ। ਤੇ ਉਹਦੇ ਵਿੱਚ ਫਿਰ ਜਿਹੜੀਆਂ ਇਹਨਾਂ ਦੀਆਂ ਐਲਾਈਜ਼ ਹੈ ਯੂਰਪ ਦੇ ਵਿੱਚ ਹੈ, ਇੱਥੇ ਆ, ਹੁਣ ਇਹ ਫਿਡੈਲ ਕਾਸਟਰੋ ਨੂੰ ਮਾਰਨ ਲੱਗੇ ਸੀ। ਪੀਅਰ ਐਲੀਅਟ ਟਰੂਡੋ ਨੂੰ ਮਿਲਣ ਗਏ ਆ ਕਾਸਟਰੋ ਨੂੰ, ਉਹ ਉਹਨਾਂ ਦੇ ਦੋਸਤ ਸੀ। ਤੇ ਇਹ ਇੰਨੀ ਨਿਖੇਧੀ ਹੋਈ ਯੂਐਸ ਦੀ ਦੁਨੀਆ ਤੇ, ਇਹਨਾਂ ਨੇ 1976 ਦੇ ਵਿੱਚ ਪ੍ਰੈਜ਼ੀਡੈਂਟ ਫੋਰਡ ਨੇ ਇੱਕ ਐਗਜ਼ੈਕਟਿਵ ਆਰਡਰ ਕੀਤਾ। ਐਗਜ਼ੈਕਟਿਵ ਆਰਡਰ ਵੀ ਕਾਨੂੰਨ ਦੇ ਬਰਾਬਰ ਹੀ ਹੁੰਦਾ। ਉਹਨਾਂ ਨੇ ਕਿਹਾ ਕਿ ਸਾਡੀ CIA ਜਾਂ ਸਰਕਾਰੀ ਤੌਰ ਤੇ ਕੋਈ ਵੀ ਏਜੰਸੀ ਕਿਸੇ ਵੀ ਵਰਲਡ ਲੀਡਰ ਨੂੰ ਮਾਰੂਗੀ ਨਹੀਂ। ਹੁਣ ਇਹ ਅਮਰੀਕਾ ਤੇ ਲਾਗੂ ਹੁੰਦਾ ਹੈ ਕਿ ਜੇ CIA ਵਾਲੇ ਜਾਂ ਇਹਨਾਂ ਦੀ ਕੋਈ ਵੀ ਏਜੰਸੀ ਜਾ ਕੇ ਕਿਸੇ ਲੀਡਰ ਨੂੰ ਮਾਰ ਦੇਵੇ, ਉਹਨਾਂ ਤੇ ਕਾਨੂੰਨ ਤੁਸੀਂ ਮੁਕੱਦਮਾ ਚਲਾ ਸਕਦੇ ਹੋ। ਉਸ ਤੋਂ ਬਾਅਦ ਉਹ ਐਗਜ਼ੈਕਟਿਵ ਆਰਡਰ ਜਿਮੀ ਕਾਰਟਰ ਨੇ, ਪ੍ਰੈਜ਼ੀਡੈਂਟ ਜਿਹੜੇ ਬਾਅਦ ਦੇ ਵਿੱਚ ਬਣੇ ਆ, ਫਿਰ ਉਦੋਂ ਬਾਅਦ ਰੋਨਾਲਡ ਰੀਗਨ ਨੇ, ਉਹਨਾਂ ਨੇ ਇਹਦੀ ਪ੍ਰੋੜਤਾ ਕੀਤੀ ਕਿ ਠੀਕ ਗੱਲ ਹੈ। ਤੇ ਹੁਣ ਬਾਅਦ ਇਹ ਚੱਲ ਪਿਆ ਸੀ ਕਿ ਜੇ ਤੁਸੀਂ ਆਪਣੇ ਏਜੰਸੀਜ਼ ਨੂੰ ਤਾਂ ਮਨਾ ਕੀਤਾ ਹੈ, ਵੈਸੇ ਇਹਦਾ ਰੀਜ਼ਨ ਇਹ ਸੀ, ਇਹਦਾ ਕਾਰਨ ਇਹ ਸੀ ਕਿ ਇਹ ਗਲਤ ਗੱਲ ਹੈ। ਹੁਣ ਤੁਸੀਂ ਉਕਸਾਉਂਦੇ ਫਿਰਦੇ ਆ ਕਿਸੇ ਨੂੰ, ਤੁਸੀਂ ਇਹ ਕਹੋ ਕਿ ਫਲਾਣੇ ਬੰਦੇ ਨੂੰ ਜਾ ਕੇ ਮਾਰ ਦੇ। ਇੱਕ ਪਾਸੇ ਤੁਸੀਂ ਕਹਿੰਦੇ ਕਿ ਅਸੀਂ ਕਾਨੂੰਨ ਲਾਅ ਐਂਡ ਆਰਡਰ ਵਾਲੇ ਦੇਸ਼ ਆ, ਸਾਡਾ ਕਾਨੂੰਨ ਦੀ ਰੱਖਿਆ ਕਰਦੇ ਆ। ਦੂਸਰੇ ਪਾਸੇ ਗੈਰ ਕਾਨੂੰਨੀ ਗੱਲ ਕਰਦੇ ਆ, ਇਹ ਕਹਿਣਾ ਕਿ ਕੋਈ ਬੰਦਾ ਉੱਠ ਕੇ ਪਿਊਟਨ ਨੂੰ ਮਾਰ ਦੇਵੇ। ਇੱਕ ਸੈਨੇਟਰ ਵੱਲੋਂ ਅਜਿਹਾ ਜਿਹੜਾ ਟਵੀਟ ਕੀਤਾ ਜਾਣਾ, ਇਹ ਬਹੁਤ ਜ਼ਿਆਦਾ ਗੈਰ ਜ਼ਿੰਮੇਵਾਰੀ ਵਾਲਾ ਬਣਦਾ। ਬਿਲਕੁਲ। ਹੁਣ ਇਹਨਾਂ ਤੋਂ ਥੋੜ੍ਹਾ ਆਸ ਕੀਤੀ ਜਾ ਸਕਦੀ ਕਿ ਤੁਸੀਂ ਜਾ ਕੇ ਕਹੋ ਜਾਓ ਉਹਦੀ ਚੋਰੀ ਕਰਕੇ ਆਓ, ਜਾਂ ਉਹਦੇ ਡਾਕਾ ਮਾਰ ਕੇ ਆਓ। ਚਲੋ ਉਹ ਤੁਹਾਡੇ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ, ਇਹ ਆਸ ਕੀਤੀ ਜਾਂਦੀ ਹੈ ਕਾਨੂੰਨ ਬਣਾਉਣ ਵਾਲਿਆਂ ਤੋਂ ਕਿ ਕਾਨੂੰਨਨ ਤੌਰ ਤੇ ਕੀ ਠੀਕ ਹੈ ਉਹਦੀ ਗੱਲ ਕਰੋ ਜੀ। ਇਹ ਗੈਰ ਕਾਨੂੰਨੀ ਗੱਲਾਂ ਨੂੰ ਤੁਸੀਂ ਉਕਸਾਓ ਨਾ। ਗੈਰ ਕਾਨੂੰਨੀ ਗੱਲ ਤਾਂ ਫਿਰ ਜਿਹੜੇ ਅੱਤਵਾਦੀ ਤੁਰੇ ਫਿਰਦੇ ਆ ਬੰਦਿਆਂ ਨੂੰ ਮਾਰਦੇ, ਉਹ ਫਿਰ ਠੀਕ ਹੀ ਆ। ਫਿਰ ਲਿੰਜ਼ੀ ਗ੍ਰੈਹਮ ਦਾ ਉਹਨਾਂ ਨੂੰ ਕਹਿ ਦੇਵੇ, ਉਹਨਾਂ ਨੂੰ ਜਾਓ ਅਲ-ਕਾਇਦਾ ਵਾਲਿਆਂ ਨੂੰ ਜਾਓ, ਤੁਸੀਂ ਉਹਨੂੰ ਪਿਊਟਨ ਨੂੰ ਮਾਰ ਦਿਓ। ਫਿਰ ਉਹਦੇ 'ਚ ਤਾਂ ਇਹਨਾਂ ਦੇ ਵਿੱਚ ਕੀ ਅੰਤਰ ਹੈ? ਇਸ ਕਰਕੇ ਉਹਨਾਂ ਦੀ ਨਿਖੇਧੀ ਉਹਨਾਂ ਦੀ ਪਾਰਟੀ ਵਾਲਿਆਂ ਨੇ ਵੀ ਕੀਤੀ ਹੈ ਤਾਂ ਦੂਸਰੀ ਪਾਰਟੀ ਨੇ ਵੀ ਕੀਤੀ ਹੈ ਕਿ ਇਹ ਬੜੀ ਗੈਰ ਜ਼ਿੰਮੇਵਾਰ ਗੱਲ ਹੈ ਕਿ ਤੁਸੀਂ ਕਿਸੇ ਇੱਕ ਲੀਡਰ ਨੂੰ ਕਹਿਣਾ ਹਾਂ ਅਸੀਂ ਉਹਨਾਂ ਨਾਲ ਸਹਿਮਤ ਨਹੀਂ, ਪਿਊਟਨ ਨੂੰ ਅਸੀਂ ਨਿਖੇਧੀ ਕਰਦੇ ਉਹਨਾਂ ਦੀ ਜੀ, ਪਰ ਇਹ ਨਹੀਂ ਅਸੀਂ ਕਹਿੰਦੇ ਉਹਨਾਂ ਨੂੰ, ਲੋਕਾਂ ਨੂੰ, ਕਿ ਉਹਨਾਂ ਨੂੰ ਜਾਓ ਤਾਂ ਉਹਨਾਂ ਨੂੰ ਮਾਰ ਦਿਓ ਜੀ। ਕਾਫੀ ਜ਼ਿਆਦਾ ਆਲੋਚਨਾ ਹੋਈ ਆ ਉਹਨਾਂ ਦੇ ਇਸ ਟਵੀਟ ਦੀ ਉਸ ਤੋਂ ਬਾਅਦ, ਕਿਉਂਕਿ ਲੋਕਾਂ ਨੇ ਵੀ ਜਿਵੇਂ ਆਪਾਂ ਪਹਿਲਾਂ ਹੀ ਗੱਲਬਾਤ ਕੀਤੀ ਹੈਗੀ ਹੈ, ਕਿਉਂਕਿ ਜਿਹੜੇ ਸੈਨੇਟਰਸ ਹੈਗੇ ਇਹਨਾਂ ਤੋਂ ਆਪਾਂ ਉਮੀਦ ਤਾਂ ਇਹੀ ਕਰਦੇ ਹਾਂ ਕਿ ਜਿਹੜਾ ਲਾਅ ਐਂਡ ਆਰਡਰ ਆ ਉਹਦੀ ਜਿਹੜੀ ਇਹ ਰੱਖਿਆ ਵੀ ਕਰਦੇ ਹੈਗੇ ਆ, ਗੱਲਬਾਤ ਵੀ ਕਰਦੇ ਹੈਗੇ ਵੀ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਚੀਜ਼ ਗਲਤ ਹੈ। ਤੇ ਅਜਿਹੇ ਸਮੇਂ ਦੇ ਵਿੱਚ ਇਹੋ ਜਿਹੇ ਗੈਰ ਜ਼ਿੰਮੇਵਾਰੀ ਵਾਲੇ ਜਿਹੜੇ ਟਵੀਟ ਦਾ ਆਉਣਾ ਹੈਗਾ, ਇਹਦੇ ਨਾਲ ਫਿਰ ਤੁਸੀਂ ਦੇਖ ਲਓ ਹੁਣ ਯੂਕਰੇਨ ਦੇ ਵਿੱਚ ਕੀ ਕੁਝ ਹੋ ਰਿਹਾ, ਤੇ ਅਜਿਹੇ ਸਮੇਂ ਦੇ ਦੌਰਾਨ ਹੀ ਇਹੋ ਜਿਹਾ ਜਿਹੜਾ ਟਵੀਟ ਆਉਣਾ ਨਾ, ਇਹ ਬਹੁਤ ਜ਼ਿਆਦਾ ਮੰਦਭਾਗਾ ਮੰਨਿਆ ਜਾ ਰਿਹਾ। ਤੇ ਹੁਣ ਆਪਾਂ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਨੈਟੋ ਵੱਲੋਂ ਯੂਕਰੇਨ ਦੀ ਨੋ ਫਲਾਈ ਜ਼ੋਨ ਮੰਗ ਨੂੰ ਰੱਦ ਕਰ ਦਿੱਤਾ ਗਿਆ ਅਤੇ ਯੂਕਰੇਨ ਦੇ ਰਾਸ਼ਟਰਪਤੀ ਇਸ ਚੀਜ਼ ਨੂੰ ਲੈ ਕੇ ਕਾਫੀ ਜ਼ਿਆਦਾ ਗੁੱਸੇ ਵਿੱਚ ਨੇ। ਦੇਖੋ, ਪ੍ਰੈਜ਼ੀਡੈਂਟ ਜਿਹੜੇ ਯੂਕਰੇਨ ਦੇ ਨੇ, ਉਹਨਾਂ ਨੇ ਪਹਿਲਾਂ ਤਾਂ ਉਹ ਫਸ ਗਏ ਇਸ ਗੱਲ ਤੇ ਕਿ ਸ਼ਾਇਦ ਉਹਨਾਂ ਨੇ ਆਸ ਰੱਖੀ ਹੋਵੇ ਕਿ ਨੇਟੋ ਕੰਟਰੀਜ਼ ਨੇ ਮੇਰੀ ਮਦਦ ਕਰਨੀ ਹੈ ਬਾਅਦ ਦੇ ਵਿੱਚ। ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੁਝ ਨਹੀਂ ਕਰਨਾ। ਫਿਰ ਜਿਹੜੇ ਨੋ ਫਲਾਈ ਜ਼ੋਨ ਹੈ ਨਾ, ਉਹ ਜਿਹੜੇ ਸਿਵਿਲੀਅਨ 에ਅਰਲਾਈਨਸ ਲਈ ਤਾਂ ਕਰ ਰਹੇ ਨੇ, ਪਰ ਇਹ ਮੰਗ ਕਰ ਰਹੇ ਸੀ ਜ਼ੈਲੈਂਸਕੀ, ਪ੍ਰੈਜ਼ੀਡੈਂਟ ਜ਼ੈਲੈਂਸਕੀ ਜਿਹੜੇ ਆ, ਕਿ ਨੋ ਫਲਾਈ ਜ਼ੋਨ ਲਾਗੂ ਕਰੋ
ਤਾਂ ਕਿ ਰਸ਼ੀਆ ਦੇ ਪਲੇਨ ਇੱਥੇ ਆ ਕੇ ਬੰਬ ਨਾ ਸੁੱਟਣ। ਜੀ ਹੁਣ ਇਹ ਤੁਸੀਂ ਕਰ ਸਕਦੇ, ਕਾਨੂੰਨ ਤੌਰ ਤੇ ਕਰ ਸਕਦੇ ਆ ਜੇ, ਕਿਉਂਕਿ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਸਿਕਿਉਰਿਟੀ ਕਾਉਂਸਲ ਹੈ ਉਹ ਚੈਪਟਰ 7 ਦੇ ਅੰਡਰ ਉਹ ਲਾਅ ਐਂਡ ਆਰਡਰ ਰੱਖਣ ਲਈ ਦੁਨੀਆ ਦੇ ਵਿੱਚ ਕੋਈ ਵੀ ਰੈਜ਼ੋਲੂਸ਼ਨ ਪਾਸ ਕਰ ਸਕਦੀ ਹੈ। ਤੇ ਇੱਕ ਰੈਜ਼ੋਲੂਸ਼ਨ ਇਹ ਵੀ ਪਾਸ ਕਰ ਸਕਦੀ ਕਿ ਇਸ ਜਗ੍ਹਾ ਤੇ ਨੋ ਫਲਾਈ ਜ਼ੋਨ ਹੈ, ਇਹਦੇ ਵਿੱਚ ਕੋਈ ਵੀ 에ਅਰ ਫੋਰਸ ਦਾ ਪਲੇਨ ਨਹੀਂ ਆ ਸਕਦਾ। ਹੁਣ ਪਹਿਲੀ ਗੱਲ ਤਾਂ ਹੈਗੀ ਆ ਕਿ ਰੈਜ਼ੋਲੂਸ਼ਨ ਪਾਸ ਕਿੱਦਾਂ ਕਰਾਉਣਾ, ਉਹ ਰਸ਼ੀਆ ਵਾਲਿਆਂ ਦੇ ਕੋਲ ਵੀਟੋ, ਉਹ ਬਾਕੀ ਦੇ ਭਾਵੇਂ 14 ਦੂਜੇ ਪਾਸੇ ਹੋ ਜਾਣ, ਉਹਨਾਂ ਨੇ ਵੀਟੋ ਕਰਤਾ ਤਾਂ ਉਹ ਰੈਜ਼ੋਲੂਸ਼ਨ ਕਦੇ ਪਾਸ ਹੀ ਨਹੀਂ ਹੋਣਾ ਜੀ। ਅੱਛਾ, ਦੂਸਰੀ ਗੱਲ ਹੁਣ ਜੀ ਆਉਂਦੀ ਆ ਬਿੱਲੀ ਦੇ ਗੱਲ ਟੱਲੀ ਕੌਣ ਪਾਵੇ। ਜੀ ਸਭ ਤੋਂ ਵੱਡੀ ਗੱਲ ਤਾਂ ਵੱਡੀ ਗੱਲ ਇਹ ਹੈ ਵੀ ਤੁਸੀਂ ਰੈਜ਼ੋਲੂਸ਼ਨ ਪੈਸੇ ਹੀ ਪਾਸ ਕਰ ਦੋ, ਕਹਿ ਦੋ ਕਿ ਜ਼ੈਲੈਂਸਕੀ ਨੂੰ ਖੁਸ਼ ਕਰਨ ਲਈ ਅਸੀਂ ਠੀਕ ਹੈ ਅਸੀਂ ਨੋ ਫਲਾਈ ਜ਼ੋਨ ਡਿਕਲੇਅਰ ਕਰਤਾ। ਹੁਣ ਯੂਕਰੇਨ ਵਾਲਿਆਂ ਦੇ ਕੋਲ ਤਾਂ ਪਾਵਰ ਹੈ ਨਹੀਂ ਕਿ ਉਹਨਾਂ ਨੂੰ ਰਸ਼ੀਆ ਦੇ ਜਿਹੜੇ ਜਹਾਜ਼ ਆਉਣੇ ਆ ਬੰਬ ਸੁੱਟਣ ਤਾਂ ਉਹ ਉਹਨਾਂ ਨੂੰ ਰੋਕ ਦੇਣ, ਤਾਂ ਹੀ ਤਾਂ ਉਹ ਅਪੀਲ ਕਰਦੇ ਆ। ਹੁਣ ਕਿਹੜੀ ਕੰਟਰੀ ਜਾਊਗੀ ਇਹਨਾਂ ਦੇ ਵਿੱਚੋਂ ਜਿਹੜੀ ਕਹੇ ਕਿ ਰਸ਼ੀਆ ਨੂੰ ਅਸੀਂ ਬੰਦ ਕਰ ਦੇਵਾਂਗੇ। ਪੁਟਿਨ ਨੇ ਤਾਂ ਪਹਿਲਾਂ ਹੀ ਕਿਹਾ ਹੈ ਕਿ ਜੇ ਨਿਊਕਲੀਅਰ ਹਥਿਆਰਾਂ ਨਾਲ ਮੈਨੂੰ ਲੜਾਈ ਕਰਨੀ ਪਈ ਤਾਂ ਕਰੂੰਗਾ ਜੀ। ਮਤਲਬ ਉਹਨੇ ਇਹ ਇਹਨਾਂ ਨੂੰ ਦੱਸ ਦਿੱਤਾ ਕਿ ਜੇ ਮੇਰੇ ਕੋਲੋਂ ਨਿਊਕਲੀਅਰ ਹਥਿਆਰ ਤੁਹਾਡੇ ਦੇ ਖਿਲਾਫ ਵਰਤਣੇ ਪਏ ਮੈਨੂੰ, ਮੈਂ ਵਰਤੂੰਗਾ। ਉਹ ਐਵੇਂ ਨਹੀਂ ਰੱਖੇ, ਮੈਂ ਲੰਗਰ ਛਕਾਉਣ ਲਈ ਨਹੀਂ, ਉਹ ਇਹ ਮਾਰਨ ਲਈ ਰੱਖੇ ਹੈ। ਹੁਣ ਉਹਨਾਂ ਤੋਂ ਡਰਦੇ ਇਸ ਗੱਲ ਤੋਂ ਆ ਕਿ ਜਿਹੜਾ ਬੰਦਾ ਦੁਨੀਆ ਦੀਆਂ ਅੱਧੀਆਂ ਵਾਰ-ਹੈਡਸ ਲੈ ਕੇ ਬੈਠਾ ਨਿਊਕਲੀਅਰ, ਉਹ ਤਾਂ ਕਰ ਦੋ ਤਬਾਹ ਇਹਨਾਂ ਨੂੰ। ਸੋ ਸਾਰੇ ਦੇ ਸਾਰੇ ਨੇਟੋ ਕੰਟਰੀਜ਼ ਮੁੜ ਕੇ ਕਹਿ ਰਹੇ ਆ ਕਿ ਨੋ ਫਲਾਈ ਜ਼ੋਨ ਜਿਹੜੇ ਆ ਇੱਥੇ ਅਸੀਂ ਲਾਗੂ ਨਹੀਂ ਕਰ ਸਕਦੇ। ਇੱਕ ਤਾਂ ਲੀਗਲੀ ਤੌਰ ਤੇ ਵੈਸੇ ਹੀ ਨਹੀਂ ਉਹ ਰੈਜ਼ੋਲੂਸ਼ਨ ਪਾਸ ਹੋਣ ਦੇਣਗੇ ਜੀ। ਦੂਸਰਾ ਇਹ ਪਾਵਰ ਦੀ ਗੱਲ ਹੈ ਕਿਉਂਕਿ ਇਹਨਾਂ ਨੇ ਇਰਾਕ ਦੇ ਵਿੱਚ ਨੋ ਫਲਾਈ ਜ਼ੋਨ ਲਾਇਆ ਸੀ ਕਰਡਿਸ਼ ਲੋਕਾਂ ਨੂੰ ਬਚਾਉਣ ਲਈ, ਨਾਰਦਰਨ ਨੋ ਫਲਾਈ ਜ਼ੋਨ। ਉਹ ਠੀਕ ਹੈ, ਅਮਰੀਕਾ ਦੀ ਪਾਵਰ ਤਕੜੀ ਸੀ, ਇਹਨਾਂ ਨੇ ਉਹ ਲਾਗੂ ਕਰ ਲਿਆ ਕਿ ਇਰਾਕ ਦਾ ਕੋਈ ਵੀ ਜਹਾਜ਼ ਉੱਥੇ ਨਹੀਂ ਜਾ ਸਕਦਾ। ਹੁਣ ਰਸ਼ੀਆ ਜਿਹੜਾ ਉਹ ਇਰਾਕ ਤਾਂ ਹੈ ਨਹੀਂ, ਉਹਨਾਂ ਦੇ ਕੋਲ ਬਹੁਤ ਵੱਡੀ ਪਾਵਰ ਹੈ। ਸੋ ਉਹਨਾਂ ਦੇ ਜਹਾਜ਼ ਆਉਣਗੇ, ਰੋਕੂਗਾ ਕੌਣ ਉਹਨਾਂ ਨੂੰ? ਕੈਨੇਡਾ ਵਾਲਿਆਂ ਤਾਂ ਜਾ ਕੇ ਰੋਕਣੇ ਜੀ, ਨਾ ਅਮਰੀਕਾ ਨੂੰ ਰੋਕਣ ਦੇਣੇ ਉਹਨਾਂ ਨੇ। ਜੇ ਇਹ ਉਹਨਾਂ ਤੇ ਮਿਸਲ ਮਾਰਨਗੇ ਉਹ ਵੀ ਮਾਰਨਗੇ ਇਹਨਾਂ ਦੇ, ਫਿਰ ਇਹਦਾ ਮਤਲਬ ਇਹਨਾਂ ਦੇ ਨਾਲ ਡਾਇਰੈਕਟ ਲੜਾਈ ਹੋਊਗੀ। ਜਿਹੜੇ ਲੋਕੀ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਸੋਚਣਾ ਚਾਹੀਦਾ, ਜਿਹੜੇ ਲੋਕੀ ਅਜੇ ਤਾਈਂ ਤੇਲ ਖਰੀਦ ਰਹੇ ਆ ਉਹਨਾਂ ਦਾ, ਇਹ ਕਹਿ ਕੇ ਕਿ ਇਹ ਸਟ੍ਰੈਟੇਜਿਕ ਇੰਟਰਸਟ ਦੇ ਵਿੱਚ ਹੈ ਸਾਡੇ, ਜਿਹੜੇ ਸੈਂਕਸ਼ਨ ਲਾਏ ਉਹੀ ਲਾਏ ਆ ਜਿਹੜੇ ਇਹਨਾਂ ਦੇ ਹਿੱਤ ਦੇ ਵਿੱਚ ਆ ਜੀ। ਤੇ ਇਹ ਉਹਨਾਂ ਨਾਲ ਪੰਗਾ ਲੈਣ ਲਈ ਕਿੱਦਾਂ ਤਿਆਰ ਹੋ ਜਾਣਗੇ? ਕੀ ਕਰਨਗੇ? ਕਿਵੇਂ ਨੋ ਫਲਾਈ ਜ਼ੋਨ ਉਹਨਾਂ ਦੇ ਲਾ ਦੇਣਗੇ? ਸੋ ਹੌਲੀ ਹੌਲੀ ਇਸੇ ਕਰਕੇ ਮੇਰਾ ਖਿਆਲ ਹੈ ਉਹਨਾਂ ਨੂੰ ਜਦੋਂ ਵੀ ਨੈਗੋਸ਼ੀਏਸ਼ਨਸ ਹੁੰਦੀਆਂ ਆ, ਉਹ ਗੱਲਬਾਤ ਕਰਨ ਜਾਂਦੇ ਆ, ਉਹ ਫੇਲ ਹੋ ਜਾਂਦੇ ਆ। ਉਹਨਾਂ ਦੀ ਆਸ ਹੁੰਦੀ ਆ ਕਿ ਮੈਨੂੰ ਮੇਰੀਆਂ ਵੈਸਟਰਨ ਐਲਾਈਜ਼ ਨੇ ਆਹ ਕਹਿ ਦੇਣਾ। ਉਹ ਜਦੋਂ ਵੀ ਨਵੀਂ ਗੱਲਬਾਤ ਸ਼ੁਰੂ ਹੁੰਦੀ ਆ, ਉਹ ਪੁਟਿਨ ਉਹਨਾਂ ਦੇ ਪਹਿਲੀਆਂ ਮੰਗਾਂ ਦੇ ਵਿੱਚ 2 ਹੋਰ ਰੱਖ ਦਿੰਦੇ ਆ। ਹਾਂਜੀ, ਜਦੋਂ ਵੀ ਉਹ ਗੱਲਬਾਤ ਲਈ ਜਾਂਦੇ ਨੇ ਉਹਦੇ ਵਿੱਚ ਨਵੀਆਂ ਮੰਗਾਂ ਐਡ ਹੁੰਦੀਆਂ ਨੇ, ਉਹਦੇ ਚ ਐਡ ਹੁੰਦੀਆਂ, ਇਸ ਕਰਕੇ ਕਿ ਉਹਨਾਂ ਨੂੰ ਪਤਾ ਕਿ ਹੁਣ ਅਸੀਂ ਤਾਂ ਇਹਨਾਂ ਦੀ ਤਬਾਹੀ ਕਰ ਰਹੇ ਹਾਂ। ਇਹ ਡਰੇ ਹੋਏ ਆ ਜਿਹੜੇ ਸਾਡੇ ਕੋਲ ਆ ਕੇ ਨੈਗੋਸ਼ੀਏਟ ਕਰਦੇ ਆ। ਜਿੰਨੀਆਂ ਇਹਨਾਂ ਨੇ ਪਹਿਲਾਂ ਗੱਲਾਂ ਕਹੀਆਂ ਉਹ ਇੱਕ ਕਰਕੇ ਪਿੱਛੇ ਹੋਏ ਆ। ਹੁਣ ਬਿਲਕੁਲ ਥੱਲੇ ਵਾਲੀ ਪੌੜੀ ਤੇ ਖੜੇ ਆ, ਤੇ ਉਦੋਂ ਥੱਲੇ ਲਿਜਾਣ ਲਈ ਉਹ ਪੁਟਿਨ ਉਹਨਾਂ ਨੇ ਜਿਹੜੀ ਪਿਛਲੀ ਗੱਲਬਾਤ ਕੱਲ ਹੱਲ ਚੱਲਦੀ ਸੀ, ਸ਼ਾਮ ਨੂੰ ਉਹ ਵੀ ਬੰਦ ਹੋ ਗਈ ਜੀ। ਤੇ ਜੇ ਉਹ ਇਹ ਸੋਚਦੇ ਕਿ ਅਸੀਂ ਇੱਥੇ ਸਿਵਲ ਵਾਰ ਲੜਨੀ ਹੈ, ਕੋਈ ਗੱਲ ਨਹੀਂ। ਉਹਨਾਂ ਨੇ 20 ਸਾਲ 10 ਸਾਲ ਉੱਥੇ ਰਹੇ ਆ ਅਫਗਾਨਿਸਤਾਨ 'ਚ, ਉਹ 10 ਸਾਲ ਇੱਥੇ ਯੂਕਰੇਨ ਦੇ ਵਿੱਚ ਰਹਿਣਗੇ। ਤੁਹਾਡੇ ਬੰਦੇ ਮਰਦੇ ਆ, ਉਹਨਾਂ ਦੇ ਤਾਂ ਮਰਦੇ ਨਹੀਂ ਜੀ। ਜਿਹੜੇ 2 ਰੀਜਨ ਆ ਡਨਬਾਸ ਏਰੀਆ ਦੇ ਵਿੱਚ, ਜਿੱਥੇ ਰਸ਼ੀਅਨ ਲੋਕਾਂ ਦੀ ਰਸ਼ੀਆ ਵਾਲਿਆਂ ਦੀ ਜੇ ਤੁਸੀਂ ਗੱਲ ਮੰਨਦੇ ਆ, ਇਹ ਉਹ ਕਹਿੰਦੇ ਕਿ ਜਿਹੜੇ ਮਿਲੀਸ਼ੀਆਜ਼ ਆ ਯੂਕਰੇਨ ਦੇ, ਇਹਨਾਂ ਨੇ 13,000 ਤੋਂ 14,000 ਰਸ਼ੀਅਨ ਲੋਕਾਂ ਨੂੰ ਮਾਰਿਆ ਉੱਥੇ।
ਹੁਣ ਡਿਪੈਂਡ ਕਰਦਾ ਕਿਹਦੀ ਮੰਨਦੇ ਆ, ਉਹਨਾਂ ਦੀ ਮੰਨਣੀ ਆ ਕਿ ਇਹਨਾਂ ਦੀ ਮੰਨਣੀ ਆ। ਇਹ ਕਹਿੰਦੇ ਕਿ ਨਹੀਂ ਅਸੀਂ ਨਹੀਂ ਮਾਰੇ, ਥੋੜੇ ਜਿਹੇ ਬੰਦੇ ਮਾਰੇ ਹੋਣੇ ਆ ਪਰ ਇੰਨੇ ਨਹੀਂ ਮਾਰੇ। ਹੁਣ ਇੱਕ ਗੱਲ ਸੁਣਾਉਂਦੇ ਹੁੰਦੇ ਆ ਕਿ ਕੋਈ ਬੰਦਾ ਇੱਕ ਵੱਡਾ ਸਾਰਾ ਕੁੱਤਾ ਲੈ ਆਇਆ ਰਖਵਾਲੀ ਲਈ ਘਰ ਦੇ ਵਿੱਚ। ਉਹਨੇ ਕਿਹਾ ਵੀ ਰੱਖੂੰਗਾ ਤਾਂ ਮੈਨੂੰ ਸੰਗਲੀ ਪਾ ਕੇ ਪਰ ਵਿਹੜੇ ਦੇ ਵਿੱਚ ਰੱਖੂੰਗਾ। ਤੇ ਉਹ ਜਦੋਂ ਕੁੱਤਾ ਭੌਂਕਦਾ ਸੀ ਤਾਂ ਉਹ ਮਤਲਬ ਕੰਧਾਂ ਕੰਬਣ ਲਾ ਦਿੰਦਾ ਸੀ। ਜੇ ਕੋਈ ਆ ਕੇ ਉਹਨਾਂ ਦੀ ਡੋਰ ਨੂੰ ਹੱਥ ਵੀ ਲਾਉਂਦਾ ਸੀ ਤਾਂ ਉਹ ਅੰਦਰੋਂ ਭੌਂਕਣ ਲੱਗ ਪੈਂਦਾ ਸੀ। ਉਹਨਾਂ ਦੇ ਕਦੇ ਚੋਰ ਨਹੀਂ ਸੀ ਵੜਦਾ। ਉਹਨਾਂ ਦੇ ਕੁੱਤੇ ਦੀ ਧਾਕ ਪਈ ਸੀ ਆਲੇ ਦੁਆਲੇ ਵੀ ਬਹੁਤ ਵੱਡੀ ਰਖਵਾਲੀ ਕਰਦਾ ਹੈ। ਤੇ ਉਹਨਾਂ ਦੇ ਕੋਈ ਗੁਆਂਢੀ ਨੇ, ਕਿਸੇ ਨੇ ਵੈਸ਼ਨੋ ਦੇਵੀ ਜਾਣਾ ਸੀ 2-4 ਦਿਨ ਲਈ। ਉਹਨਾਂ ਨੇ ਕਿਹਾ ਰੱਖਾ ਰਾਮ ਜੀ ਤੁਸੀਂ ਇਸ ਤਰ੍ਹਾਂ ਕਰੋ ਕਿ ਮੈਂ ਜਾਣਾ ਆ ਵੈਸ਼ਨੋ ਦੇਵੀ, ਆਹ ਲਓ ਚਾਬੀਆਂ, ਮੇਰੇ ਜਿਹੜੀ ਮੋਹਰਲਾ ਦਰਵਾਜ਼ਾ ਆ ਉਹ ਖੋਲ ਸਕਦੇ ਆ ਪਰ ਜਿਹੜਾ ਕੁੱਤਾ ਆਪਣਾ ਉਹ ਮੈਨੂੰ ਦੇ ਦਿਓ, 2-4 ਦਿਨ ਮੈਂ ਅੰਦਰ ਬੰਨ੍ਹਵਾਂ, ਤੁਸੀਂ ਚਾਬੀ ਨਾਲ ਬਾਹਰਲਾ ਦਰਵਾਜ਼ਾ ਖੋਲਿਓ, ਇਹਨੂੰ ਰੋਟੀ ਪਾ ਦਿਓ ਜਾ ਕੇ ਤਾਂ ਆ ਜਾਵੇ। ਤੇ ਇਸ ਕਰਕੇ ਸਾਡੇ ਜਿਹੜਾ ਵੀ ਅੰਦਰ ਸਮਾਨ ਪਿਆ ਉਹ ਸੁਰੱਖਿਅਤ ਰਵੇ। ਤੇ ਉਹ ਆਪਣੇ ਹੁੰਦਾ ਜਿੱਦਾਂ ਪਹਿਲਾਂ ਸਾਈਕਲ ਹੀ ਜ਼ਿਆਦਾ ਹੁੰਦੇ ਸੀ ਲੋਕਾਂ ਦੇ। ਜੇ ਕਿਸੇ ਨੇ ਸਾਈਕਲ ਮੰਗਣ ਜਾਣਾ ਕਹਿਣਾ ਉਹਦੀ ਫੂਕ ਨਿਕਲੀ ਹੈ ਜਾਂ ਆਪ ਹੀ ਫੂਕ ਕੱਢ ਕੇ ਰੱਖੀ ਹੋਣੀ, ਪੰਪ ਦੇ ਨਾਲ ਭਰ ਲਵਾਂਗੇ ਜਦੋਂ ਆਪ ਜਾਣਾ ਹੈ। ਅਗਲੇ ਨੂੰ ਕਹਿਣਾ ਸਾਈਕਲ ਦੀ ਤਾਂ ਫੂਕ ਨਿਕਲੀ ਹੈ, ਸਾਈਕਲ ਕਿਤੇ ਹੋਰ ਗਿਆ ਹੈ। ਸਿੱਧਾ ਜਵਾਬ ਨਹੀਂ ਨਾ ਕਈ ਲੋਕ ਦਿੰਦੇ। ਸਿੱਧਾ ਨਹੀਂ ਕਹਿਣਾ ਵੀ ਮੈਂ ਨਹੀਂ ਤੈਨੂੰ ਦੇਣਾ, ਕੋਈ ਨਾ ਕੋਈ ਬਹਾਨਾ ਪਾਉਣਾ। ਮਤਲਬ ਆਪਣੀ ਜਿਹੜੀ ਇਮੇਜ ਆ ਉਹਨੂੰ ਵੀ ਚੰਗੀ ਰੱਖਣਾ ਕਿ ਮੈਂ ਹੈਲਪ ਕਰਨੀ ਚਾਹਣਾ ਪਰ ਮੈਂ ਕਰ ਨਹੀਂ ਸਕਦਾ ਬਿਕਾਜ਼ ਆਹ ਰੀਜ਼ਨ ਹੈਗਾ, ਉਹ ਚ ਹਵਾ ਹੀ ਨਹੀਂ ਹੈਗੀ, ਲੈ ਜਾਓ। ਹੁਣ ਹਵਾ ਤੋਂ ਬਿਨਾਂ ਸਾਈਕਲ ਕਿੱਦਾਂ ਚਲਾਊਗਾ? ਇਹ ਉਹ ਵੀ ਬੰਦੇ ਨੂੰ ਕਹਿੰਦਾ ਵੀ ਕੁੱਤਾ ਚਾਹੀਦਾ। ਕਹਿੰਦਾ ਕੁੱਤਾ ਤਾਂ ਮੇਰਾ ਛੋਟਾ ਸਾਲਾ, ਉਹਨੂੰ ਸ਼ੌਕ ਆ ਸ਼ਿਕਾਰ ਖੇਡਣ ਦਾ, ਉਹ ਸ਼ਿਕਾਰ ਖੇਡਣ ਗਿਆ ਹੈ। ਉਹ ਕਹਿੰਦਾ ਚੰਗਾ। ਜਾਨੂ ਕੁੱਤਾ ਭੌਂਕ ਪਿਆ ਅੰਦਰ। ਹੁਣ ਕੁੱਤਾ ਭੌਂਕ ਪਿਆ, ਉਹ ਤਾਂ ਪਤਾ ਲੱਗ ਗਿਆ ਵੀ ਕੁੱਤਾ ਇੱਥੇ ਹੀ ਹੈ। ਹਾਂਜੀ। ਫਿਰ ਉਹ ਚੁੱਪ ਜਾ ਖੜਾ, ਉਹ ਮੂਹਰੇ ਖੜਾ, ਉਹ ਚੁੱਪ ਧਾਰੀ ਖੜਾ, ਜਿਵੇਂ ਚੋਰੀ ਫੜੀ ਜਾਂਦੀ ਹੈ। ਫਿਰ ਉਹਨੂੰ ਅਖੀਰ ਹੋਇਆ, ਸ਼ਰਮਿੰਦਾ ਹੋਇਆ, ਕਹਿੰਦਾ ਹੁਣ ਕਹਿੰਦਾ ਤੂੰ ਕੁੱਤੇ ਤੇ ਯਕੀਨ ਕਰਨਾ ਕਿ ਮੇਰੇ ਤੇ ਯਕੀਨ ਕਰਨਾ? ਹੁਣ ਡਿਪੈਂਡ ਕਰਦਾ ਵੀ ਯੂਕਰੇਨ ਵਾਲਿਆਂ ਤੇ ਯਕੀਨ ਕਰਦੇ ਕਿ ਰਸ਼ੀਆ ਵਾਲਿਆਂ ਤੇ ਕਰਦੇ, ਕਿਉਂਕਿ ਲੜਾਈ ਦੇ ਵਿੱਚ ਝੂਠ ਤਾਂ ਦੋਵੇਂ ਪਾਸੇ ਬੋਲ ਰਹੇ ਹਨ। ਹਾਂਜੀ ਹਾਂਜੀ। ਤੇ ਇਹਨਾਂ ਨੇ ਹੋਰ ਝੂਠ ਬੋਲਣਾ, ਉਹਨਾਂ ਨੇ ਹੋਰ ਝੂਠ ਬੋਲਣਾ। ਜੀ ਜੀ। ਤੇ ਉਹ ਕਹਿੰਦੇ 13 ਤੋਂ 14,000 ਰਸ਼ੀਅਨ ਮਾਰੇ ਆ ਇਹਨਾਂ ਨੇ। ਹਾਂਜੀ। ਰਸ਼ੀਅਨ ਲੋਕੀ ਉਹ ਤਾਂ ਕਹਿੰਦੇ ਆ ਕਿ ਉਹਨਾਂ ਨੇ ਮਾਰੇ, ਪਤਾ ਨਹੀਂ ਕਿੰਨੇ ਮਾਰੇ ਆ ਕਿੰਨੇ ਨਹੀਂ। ਇਹ ਤਾਂ ਕੋਈ ਇੰਡੀਪੈਂਡੈਂਟ ਆਬਜ਼ਰਵਰ ਹੋਵੇ, ਯੂਨਾਈਟਿਡ ਨੇਸ਼ਨਸ ਹੋਵੇ, ਥਰਡ ਪਾਰਟੀ ਹੋਵੇ, ਜਿਹੜੀ ਜਾ ਕੇ ਇਨਵੈਸਟੀਗੇਟ ਕਰੇ ਕਿ ਡਨਬਾਸ ਏਰੀਆ ਦੇ ਵਿੱਚ ਇਹਨਾਂ ਨੇ ਇੱਕ ਈਜ਼ੋਵ ਨਾਮ ਦਾ ਬੰਦਾ ਆ, EZOV, ਉਹ ਇੱਕ ਨਾਜ਼ੀ ਬੰਦਾ ਆ, ਜਿਹਦਾ ਕੂਕਲਕਸ ਕਲੈਨ ਵਾਲੇ ਇੱਥੇ ਫਿਰਦੇ ਨਾ, ਉਹ ਨਾਜ਼ੀਆਂ ਦਾ ਬੰਦਾ। ਉਹ ਨਾਜ਼ੀ ਜਿਹੜੇ ਆ ਉਹ ਰਸ਼ੀਅਨ ਲੋਕਾਂ ਨੂੰ ਮਾਰਦੇ ਆ। ਤੇ ਉਹਦੇ ਕੋਲ ਬਹੁਤ ਬੰਦੇ ਆ ਜਿਨ੍ਹਾਂ ਨੂੰ ਹਥਿਆਰ ਦਿੱਤੇ ਆ। ਤੇ ਉਹਨੇ ਬਾਅਦ ਦੇ ਵਿੱਚ ਆਪਣੇ ਨਾਜ਼ੀਆਂ ਨੂੰ ਇਹਨਾਂ ਦੀ ਜਿਹੜੀ ਯੂਕਰੇਨੀਅਨ ਆਰਮੀ ਆ ਉਹਦੇ ਵਿੱਚ ਸ਼ਾਮਲ ਕਰ ਦਿੱਤਾ। ਇਹਨਾਂ ਨੇ ਉਹ ਇੱਕ ਬਟਾਲੀਅਨ, ਈਜ਼ੋਵ ਬਟਾਲੀਅਨ ਉਹਨੂੰ ਕਹਿੰਦੇ ਆ, ਉਹ ਇੱਕ ਬਟਾਲੀਅਨ ਦੇ ਤੌਰ ਤੇ ਲੈ ਰਹੇ। 2015 ਦੇ ਵਿੱਚ ਅਮਰੀਕਾ ਵਾਲਿਆਂ ਨੇ ਉਹਨਾਂ ਤੇ ਪਾਬੰਦੀ ਲਾਤੀ ਸੀ ਯੂਕਰੇਨ ਤੇ, ਇਸ ਕਰਕੇ ਕਿ ਤੁਸੀਂ ਨਾਜ਼ੀਆਂ ਨੂੰ ਆਪਣੀ ਸਰਕਾਰ ਦੇ ਵਿੱਚ ਇੱਕ ਬਟਾਲੀਅਨ ਦੇਤੀ। ਇਹ ਤਾਂ ਸ਼ਰੇਆਮ ਰਸ਼ੀਆ ਵਾਲੇ ਇਹੀ ਕਹਿੰਦੇ ਆ ਕਿ ਇਹ ਨਾਜ਼ੀਆਂ ਦੀ ਹਮਾਇਤ ਕਰਦੇ ਆ, ਤੇ ਤੁਸੀਂ ਆਪਣੀ ਆਰਮੀ ਦੇ ਵਿੱਚ ਹੀ ਉਹ ਬਾੜ ਲਏ। ਈਜ਼ੋਵ ਬਟਾਲੀਅਨ ਜਿਹੜੀ ਹੈਗੀ ਉਹਨਾਂ ਦੀ, ਇਹਨਾਂ ਨੇ ਸਾਡੇ ਹਥਿਆਰ ਵਰਤਣੇ ਆ, ਸੋ ਅਸੀਂ ਤੁਹਾਨੂੰ ਹਥਿਆਰ ਨਹੀਂ ਦੇ ਸਕਦੇ। ਫਿਰ ਉਹਨਾਂ ਨੇ ਪ੍ਰੈਸ਼ਰ ਪਾਇਆ, ਇਜ਼ਰਾਈਲ ਤੋਂ ਪ੍ਰੈਸ਼ਰ ਪਾਇਆ ਆਲੇ ਦੁਆਲੇ ਕਿ ਜਿਹੜੇ ਯੂਕਰੇਨ ਵਾਲੇ ਆ ਉਹ ਤਾਂ ਸਾਡੀ ਐਲਾਈ ਹੈ। 2016 ਦੇ ਵਿੱਚ ਉਹ ਫਿਰ ਦੁਬਾਰਾ ਖੋਲ੍ਹਿਆ। ਪਹਿਲਾਂ ਇਹਨਾਂ ਨੇ ਅਮਰੀਕਾ ਵਾਲਿਆਂ ਨੇ ਬੰਦ ਕੀਤੇ, ਫਿਰ 2016 ਦੇ ਵਿੱਚ ਖੋਲ੍ਹੇ। ਹੁਣ ਇਹ ਸ਼ਰੇਆਮ ਉਹਨਾਂ ਨੂੰ ਹਥਿਆਰ ਦੇ ਰਹੇ ਆ ਕਿ ਲੜਨਾ ਨਹੀਂ ਅਸੀਂ, ਕਿ ਲੜੋ ਤੁਸੀਂ, ਅਸੀਂ ਤੁਹਾਨੂੰ ਹਥਿਆਰ ਦੇਣ ਲਈ ਤਿਆਰ ਹਾਂ। ਪਰ ਇਜ਼ਰਾਈਲ ਵਾਲੇ ਜਿਨ੍ਹਾਂ ਨੇ ਕਹਿ ਕੇ ਇਹਨਾਂ ਤੋਂ ਉਹ ਹਥਿਆਰ ਦਵਾਉਣੇ ਸ਼ੁਰੂ ਕੀਤੇ, ਉਹਨਾਂ ਦਾ ਪ੍ਰਾਈਮ ਮਿਨਿਸਟਰ ਮਾਸਕੋ ਬੈਠਾ ਸੀ, ਆ ਸੈਚਰਡੇ ਗਿਆ ਸੀ। ਹਾਂਜੀ। ਸਾਡਾ ਤਾਂ ਪ੍ਰਾਈਮ ਮਿਨਿਸਟਰ ਡਰਦਾ ਮਾਰਦਾ 10 ਡਾਊਨਿੰਗ ਸਟਰੀਟ ਤੇ ਵੀ ਪਿਛਲੇ
ਐਲੀ ਥਾਣੀ ਬੈਕਡੋਰ ਥਾਣੀ ਬੜਿਆ ਨਾ। ਜੇ ਗੱਲ ਕਰਨੀ ਆ ਤਾਂ ਕਮ ਸੇ ਕਮ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਆਏ ਤਾਂ ਕਰੋ ਨਾ। ਉਹ ਸਿੱਧਾ ਹੀ ਮਾਸਕੋ ਚਲ ਗਿਆ। ਉਹ ਕਹਿੰਦਾ ਮੈਂ ਤੁਹਾਨੂੰ ਦੋਹਾਂ ਨੂੰ ਚਾਹੁੰਦਾ ਕਿ ਯੂਕਰੇਨੀਅਨ ਤੇ ਰਸ਼ੀਅਨ ਬੈਠ ਕੇ ਗੱਲ ਕਰੋ, ਮੈਂ ਨਾਲ ਬਹਿ ਜਾਣਾ। ਹੁਣ ਇਹ ਰਿਸਕ ਵੀ ਆ ਵੈਸੇ ਹਾਂਜੀ ਕਿ ਉਹਨਾਂ ਦੀ ਕਾਮਯਾਬੀ ਹੁੰਦੀ ਜਾਂ ਨਹੀਂ ਹੁੰਦੀ। ਹੁਣ ਜੇ ਤਾਂ ਕਾਮਯਾਬੀ ਹੁੰਦੀ ਆ ਫਿਰ ਤਾਂ ਉਹਦੀ ਬੱਲੇ ਬੱਲੇ ਆ, ਫਿਰ ਇਜ਼ਰਾਈਲ ਦੇ ਵਿੱਚ ਵੀ ਬੱਲੇ ਬੱਲੇ ਆ, ਕਿਉਂਕਿ 8 ਪਾਰਟੀਆਂ ਦੀ ਕੋਲੀਸ਼ਨ ਹੈ ਉਹਨਾਂ ਦੀ ਪਾਰਟੀ ਦੀ। ਹਾਂਜੀ ਤੇ 8 ਪਾਰਟੀਆਂ ਦੀ ਕੋਲੀਸ਼ਨ ਦੇ ਵਿੱਚੋਂ ਪਤਾ ਨਹੀਂ ਤੁਸੀਂ ਕਿੰਨੇ ਦਿਨ ਪ੍ਰਾਈਮ ਮਿਨਿਸਟਰ ਹੈ ਜੀ। ਸੋ ਉਹਨਾਂ ਦੀ ਡੋਮੈਸਟਿਕ ਤੌਰ ਤੇ ਵੀ ਬਣ ਜਾਣੀ ਹੈ, ਇੰਟਰਨੈਸ਼ਨਲੀ ਤੌਰ ਤੇ ਵੀ ਉਹਨਾਂ ਦੀ ਬਣ ਜਾਣੀ ਹੈ ਕਿ ਇਹਨਾਂ ਨੇ 2 ਦੇਸ਼ਾਂ ਦੇ ਵਿੱਚ ਲੜਾਈ ਹੁੰਦੀ ਸੀ ਉਹ ਬੰਦ ਕਰਵਾਤੀ, ਅਮਨ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਕੋਸ਼ਿਸ਼ ਤਾਂ ਕੀਤੀ ਹੈ ਨਾ ਉਹਨਾਂ ਨੇ। ਹਾਂਜੀ। ਸੋ ਆਹ ਗੱਲ ਚੱਲਦੀ ਹੈ ਉਹਨਾਂ ਦੀ ਨੋ ਫਲਾਈ ਜ਼ੋਨ ਦੀ ਔਰ ਦੂਸਰੇ ਪਾਸੇ ਉਹਨਾਂ ਦੇ ਵਿੱਚ ਅਮਨ ਸ਼ਾਂਤੀ ਲਿਆਉਣ ਦੀ। ਜੀ ਡਾਕਟਰ ਸਾਹਿਬ ਸਟੂਡੀਓ ਦੀ ਘੜੀ ਤੇ ਨਿਗਾਹ ਮਾਰੀ ਹੈ ਤੇ ਟਾਈਮ ਹੋ ਚੁੱਕਿਆ ਹੈ ਅੱਜ ਦੇ ਵਿਚਾਰ ਦਾ। ਆਪਣੇ ਸਰੋਤਿਆਂ ਨੂੰ ਅੱਜ ਦਾ ਵਿਚਾਰ ਦੱਸੋ। ਅੱਜ ਦਾ ਵਿਚਾਰ ਹੈ ਜੀ, ਕਹਿੰਦੇ ਕਿ ਜੇ ਜੋ ਮੁੱਲਾ ਕਹਿੰਦਾ ਆ ਉਹ ਕਰੋ, ਜੋ ਮੁੱਲਾ ਕਰਦਾ ਆ ਉਹ ਨਾ ਕਰੋ। ਜੀ ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਤੁਹਾਡੇ ਸਭ ਦੇ ਨਾਲ ਸਾਡੀ ਮੁਲਾਕਾਤ ਹੋਏਗੀ ਜੀ ਕੱਲ ਸਵੇਰੇ, ਤੇ ਉਦੋਂ ਤੱਕ ਤੁਸੀਂ ਸੁਣਦੇ ਰਹਿਣਾ ਰੇਡੀਓ ਇੰਡੀਆ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਲਈ, ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।